ਅਗਲੇ ਗੁਰਪ੍ਰਮਾਣ ਅੰਦਰ ਅਨੇਕ ਆਨਮਤ ਕਰਮਾਂ ਦੀ ਨਿਸਫਲਤਾ ਅਤੇ ਕਰਮਾਂ ਸਿਰ ਕਰਮ ਹਰ ਜਸਮਈ ਸਿਫਤ ਸਲਾਹ ਗੁਰਮਤ ਕਰਮ ਦਾ ਸਿਮਰਨ ਤਾਂ ਖੂਬ ਵਿਸਥਾਰ ਸਹਿਤ ਦਰਸਾਇਆ ਗਿਆ ਹੈ। ਸਰਬੱਤ ਆਨਮਤ ਕਰਮਾਂ ਨਾਲੋਂ ਗੁਰਮਤ ਕਰਮ ਦੀ ਵਿਲੱਖਣਤਾ ਖੂਬ ਸਿੱਧ ਕੀਤੀ ਗਈ ਹੈ। ਯਥਾ ਸੂਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾਂ ਸਿਉ ਸੰਗ ਨ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਰਹਾਓ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਧਰਾਏ ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ। ਕਨਿਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨਹ ਮਿਲਿਐ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲਿਐ ਇਹ ਜੁਗਤਾ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਜਨਮੈ ਹਰ ਸਿਉ ਸੰਗ ਨ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਨੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ। ਰਹਾਉ ਦੂਜਾ। ਵਿਆਖਿਆ ਵੇਦਾਂ ਦਾ ਪਾਠ ਪੜ੍ਹਨ ਅਤੇ ਵਿਚਾਰਨ ਕਮਾਵਣ ਤੇ ਨਿਉਲੀ ਕਰਮ ਅਤੇ ਭੁਅੰਗਮ ਆਦਿ ਜੋਗ ਦੇ ਸਾਧਨ ਸਾਧਿਆਂ ਪੰਜਾਂ ਦੂਤਾਂ ਕਾਮ ਕ੍ਰੋਧ ਆਦਿਕ ਤੋਂ ਸੰਗ ਖਹਿੜਾ ਨਹੀਂ ਛੁੱਟਦਾ। ਹੋਰ ਵਧੇਰੇ ਅਹੰਗ ਬੁੱਧ ਦੀ ਬੰਧਨ ਵਿੱਚ ਬੱਝ ਜਾਈਦਾ ਹੈ। ਹੰਕਾਰ ਹੀ ਵੱਧਦਾ ਹੈ ਅਤੇ ਪੰਜਾਂ ਦਾ ਸੰਗ ਨਹੀਂ ਛੁੱਟਦਾ। ਤਾਂ ਤੇ ਵੇਦ ਪੜ੍ਹਨ ਵਿਚਾਰਨ ਅਤੇ ਵੇਦਾਂ ਦੇ ਪੜ੍ਹੇ ਵਿਚਾਰੇ ਅਨੁਸਾਰ ਕਰਮ ਕਮਾਇਆ ਹੋਰ ਕੁਛ ਨਹੀਂ ਬਣਦਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਛੁੱਟਦੇ ਨਹੀਂ ਸਗੋਂ ਹੋਰ ਵਿਕਾਰ ਵੱਧ ਜਾਂਦੇ ਹਨ। ਤਾਂ ਵੇਦਾਂ ਦੇ ਪੜ੍ਹਨ ਵਿਚਾਰਨ ਕਮਾਵਣ ਦਾ ਕੀ ਫਾਇਦਾ। ਇਵੇਂ ਜਿਵੇਂ ਨਿਉਲੀ ਕਰਮ ਕਰਨਾ ਵੀ ਨਿਰਾ ਨਿਸਫਲ ਹੀ ਹੈ। ਜੋਗ ਪਾਖੰਡ ਰੂਪ ਹੈ। ਸਾਰੀਆਂ ਆਂਦਰਾਂ ਨੂੰ ਉਗਲਛ ਕੇ ਬਾਹਰ ਕੱਢਣ ਅਤੇ ਧੋ ਕੇ ਫੇਰ ਅੰਦਰ ਪਾਉਣ ਦੀ ਫੋਕਟ ਕਿਰਿਆ ਫਜ਼ੂਲ ਪਾਖੰਡ ਯੋਗ ਕਿਰਿਆਵੀ ਕਰਮ ਹੈ। ਇਸੇ ਤਰ੍ਹਾਂ ਯੋਗ ਦੀ ਭੁਅੰਗਮ ਸਾਧਨਾ ਸਾਧਣੀ ਵੀ ਨਿਰਾ ਫੋਕਾ ਹੱਠ ਕਮਾਣਾ ਹੀ ਹੈ। ਯੋਗੀਆਂ ਦੀ ਗਿਣੀ ਮਿੱਥੀ ਹੋਈ ਇੱਕ ਨਾੜੀ ਹੈ ਜੋ ਸੱਪ ਵਾਂਗੂ ਵੱਲ ਖਾਂਦੀ ਹੋਈ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਵਿਚਕਾਰ ਦੀ ਹੇਠਾਂ ਤੋਂ ਉੱਪਰ ਤਾਈਂ ਜਾਂਦੀ ਹੈ, ਜਿਸ ਨੂੰ ਉਹ ਕੁੰਡਲਨੀ ਨਾੜੀ ਆਖਦੇ ਹਨ। ਇਸ ਦੇ ਵਿੱਚ ਦੀ ਸਵਾਸ ਚੜਾਉਣ ਉਤਾਰਨ ਦੀ ਕਿਰਿਆ ਨੂੰ ਭੁੰਗਮਾ ਨਾਮੇ ਯੋਗ ਸਾਧਨ ਆਖਦੇ ਹਨ। ਇਸ ਕਸ਼ਟ ਯੋਗ ਸਾਧਨ ਨਾਲ ਵੀ ਤਤ ਸਿੱਧੀ ਪਰਮਾਰਥ ਦੀ ਨਹੀਂ ਹੁੰਦੀ। ਇਹਨਾਂ ਉੱਪਰ ਦੱਸੇ ਕਰਮਾਂ ਦੇ ਕਰਨ ਕਰ ਅਹੰਗ ਬੁੱਧ ਹੀ ਵੱਧਦੀ ਹੈ। ਪਰਮਾਰਥ ਦੀ ਸਿੱਧੀ ਹਰਗਿਜ਼ ਨਹੀਂ ਹੁੰਦੀ। ਇਹਨਾਂ ਕਸ਼ਟ ਯੋਗ ਦੀਆਂ ਅਤੇ ਵੇਦਾਚਾਰੀ ਕਰਮਾਂ ਦੀਆਂ ਵਿਧੀਆਂ ਦੁਆਰਾ ਪਰਮਾਤਮਾ ਨਾਲ ਵੀ ਮਿਲਿਆ ਨਹੀਂ ਜਾਂਦਾ। ਇਸ ਪ੍ਰਕਾਰ ਦੇ ਭਾਵੇਂ ਅਨੇਕਾਂ ਕਰਮ ਕਰ ਕਰਕੇ ਹੰਭਿਆ ਜਾਵੇ, ਹਾਰ ਕੇ ਉਹਨਾਂ ਕਰਮਾਚਾਰੀਆਂ ਨੂੰ ਪਰਮਾਰਥ ਸੰਬੰਧੀ ਅਤੇ ਪਰਮਾਤਮਾ ਮਿਲਣ ਸੰਬੰਧੀ ਸੱਚੀ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਸੁਆਮੀ ਸਿਰ ਸੁਆਮੀ ਸੱਚੇ ਗੁਰੂ ਕਰਤਾਰ ਸੁਆਮੀ ਦੇ ਦੁਆਰੇ ਢਹਿ ਪੈਣਾ ਪਵੇਗਾ। ਗੁਰੂ ਘਰ ਤੋਂ ਹੀ ਸੱਚੀ ਗੁਰਮਤਿ ਵਿਵੇਕ ਯੁਕਤੀ ਪਰਮਾਤਮਾ ਦੇ ਮਿਲਣ ਦੀ ਮਿਲ ਸਕਦੀ ਹੈ, ਹੋਰ ਕਿਤੋਂ ਨਹੀਂ। ਭਾਵੇਂ ਅਨੇਕਾਂ ਆਨਮਤ ਕਰਮਾਂ ਨਾਲ ਟੱਕਰਾਂ ਮਾਰੀਆਂ ਜਾਣ, ਇਹ ਐਵੇਂ ਬਿਰਥੀਆਂ ਜਾਂਦੀਆਂ ਹਨ। ਫੇਰ ਨੰਬਰ 2 ਤੇ ਹੋਰ ਆਨਮਤ ਕਰਮਾਂ ਦਾ ਖੰਡਨ ਇਸ ਗੁਰਵਾਕ ਅੰਦਰ ਇਉਂ ਹੈ। ਮੌਨ ਧਾਰੀ ਰੱਖਣਾ, ਮੌਨ ਬ੍ਰਤ ਰੱਖ ਕੇ ਚੁੱਪ ਸਾਧੀ ਰੱਖਣੀ, ਇਹ ਕਰਮ ਕਰਨਾ ਵੀ ਗੁਰਮਤ ਅਨੁਸਾਰ ਪਖੰਡ ਰੂਪ ਹੀ ਜਣਾਇਆ ਗਿਆ ਹੈ। ਤਿਸ ਤੇ ਕੁਛ ਪ੍ਰਾਪਤੀ ਨਹੀਂ, ਨਾ ਪਰਮਾਰਥ ਦੀ ਸਿੱਧੀ ਹੁੰਦੀ ਹੈ। ਆਪਣੇ ਹੱਥ ਚਿੱਪੀ ਫੜੀ ਰੱਖਣੀ, ਇਸ ਚਿੱਪੀ ਵਿੱਚ ਅੰਨ ਜਲ ਛਕਣਾ, ਇਸ ਵਿੱਚ ਵੀ ਕੋਈ ਪਰਮਾਰਥ ਸਿੱਧੀ ਨਹੀਂ। ਹੱਥ ਵਿੱਚ ਬਰਤਨ ਰੱਖਣਾ ਅਰਥਾਤ ਕਰਪਾਤੀ ਮਈ ਇਹ ਕਰਮ ਵੀ ਪਖੰਡ ਹੈ ਅਤੇ ਬਨਾਂ ਜੰਗਲਾਂ ਵਿੱਚ ਅਲਫ ਨੰਗੇ ਹੋ ਕੇ ਭੌਂਦੇ ਫਿਰੀ ਜਾਣ ਵਾਲਾ ਕਰਮ ਵੀ ਨਿਰਾ ਬੇਸ਼ਰਮੀ ਭਰਿਆ ਪਖੰਡ ਕਰਮ ਹੈ। ਭਲਾ ਤਨ ਬਦਨ ਦੇ ਉੱਤੇ ਸਰੀਰ ਢੱਕਣ ਲਈ ਬਸਤਰ ਨਾ ਓਢਣ ਵਿੱਚ ਵੀ ਕੋਈ ਵਡਿਆਈ ਹੈ।
ਨਾ ਕੋਈ ਪਰਮਾਰਥ ਸਿੱਧੀ ਹੈ। ਫਿਰ ਤੀਰਥਾਂ ਦੇ ਤਟਾਂ ਤੇ ਨਹਾਤਿਆਂ ਅਤੇ ਸਾਰੀ ਧਰਤੀ ਤੇ ਐਵੇਂ ਊਠ ਵਾਂਗੂ ਮੂੰਹ ਚੁੱਕ ਕੇ ਭੌਂਦੇ ਫਿਰਨ ਵਿੱਚ ਵੀ ਕੋਈ ਸੁਚੱਜਾ ਮਨੋਰਥ ਸਿੱਧ ਨਹੀਂ ਹੁੰਦਾ। ਮਨ ਇਕਾਂਤ ਵੀ ਨਹੀਂ ਹੁੰਦਾ, ਨਾ ਹੀ ਮਨ ਦੀ ਦੁਬਿਧਾ ਛੁੱਟਦੀ ਹੈ, ਸਗੋਂ ਹੋਰ ਵਧੇਰੀ ਵੱਧਦੀ ਹੈ। ਮਨ ਕਾਮਨਾ ਸਹਿਤ ਤੀਰਥਾਂ ਤੇ ਜਾਏ ਬਸਣ ਨਾਲ ਵੀ ਕੁਛ ਨਹੀਂ ਬਣਦਾ। ਸਿਰ ਤੇ ਆਰਾ ਧਰਾ ਕੇ ਦੁਫਾੜ ਚੀਰੇ ਜਾਣ ਨਾਲ ਵੀ ਕੁਛ ਨਹੀਂ ਬਣਦਾ। ਇਹਨਾਂ ਵਿਧੀਆਂ ਨਾਲ ਮਨ ਦੀ ਮੈਲ ਨਹੀਂ ਉਤਰਦੀ, ਚਾਹੇ ਲੱਖ ਯਤਨ ਇਸ ਤਰ੍ਹਾਂ ਦੀ ਆਨਮਤ ਕਿਰਿਆ ਕਰਮ ਦੇ ਕੀਤੇ ਜਾਣ। ਸੋਨਾ, ਇਸਤਰੀ, ਉੱਤਮ ਤੋਂ ਉੱਤਮ ਘੋੜੇ, ਹਾਥੀ, ਇਸ ਪ੍ਰਕਾਰ ਦੇ ਬਹੁ ਵਿਸਥਾਰ ਦਾਨ ਦੇਣ ਵਾਲਾ ਦਾਤਾਰ ਵੀ ਬਣਿਆ ਅਤੇ ਅਨਾਜ ਬਸਤਰ ਜ਼ਮੀਨ ਵੀ ਬਾਲੀ ਦਾਨ ਕਰ ਦਿੱਤੀ, ਪਰ ਵਾਹਿਗੁਰੂ ਦੇ ਦੁਆਰੇ ਦੀ ਪ੍ਰਾਪਤੀ ਨਾ ਹੋਈ, ਨੇੜੇ ਟੁਕਣਾ ਨਾ ਮਿਲਿਆ। ਇਹਨਾਂ ਉੱਪਰ ਦੱਸੇ ਕਰਮਾਂ ਦੇ ਕਰਨ ਕਰਕੇ ਕੁਝ ਹੱਥ ਨਾ ਆਇਆ। ਫਿਰ ਆਨਮਤ ਕਰਮਾਰੀ ਅਨੇਕ ਪ੍ਰਕਾਰੀ ਵੇਦ ਮੰਤਰ ਗਾਇਤਰੀ ਪੂਜਾ ਕਰਨੀ, ਚੰਦਨ ਛਿੜਕਣਾ, ਅਰਚਾ ਕਰਮ, ਡੰਡੇ ਵਾਂਗ ਲੰਮੇ ਪੈ ਕੇ ਡੰਡੌਤ ਨਮਸਕਾਰ ਕਰਨੀ ਅਤੇ ਖੱਟ 6 ਕਰਮਾਂ ਦੇ ਕਰਨ ਦਾ ਨੇਮੀ ਪ੍ਰੇਮੀ ਹੋਣਾ, ਇਹਨਾਂ ਆਨਮਤ ਕਰਮਾਂ ਦੇ ਕੀਤਿਆਂ ਵੀ ਕੁਛ ਨਹੀਂ ਬਣ ਸਕਦਾ। ਸਗੋਂ ਇਹਨਾਂ ਕਰਮਾਂ ਦੇ ਕੀਤਿਆਂ ਹਉਮੈ ਹੀ ਵੱਧਦੀ ਹੈ ਅਤੇ ਵਧੇਰੇ ਤੋਂ ਵਧੇਰੇ ਹਉਮੈ ਦੇ ਬੰਧਨਾਂ ਵਿੱਚ ਪਈਦਾ ਹੈ। ਇਹਨਾਂ ਕੁਚੱਜੀਆਂ ਆਨਮਤ ਕਰਮੱਜੀਆਂ ਜੁਗਤੀਆਂ ਨਾਲ ਹਰਗਿਜ਼ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ। ਇਹ ਨਿਰਾ ਕੁਚੱਜ ਹੀ ਹੈ। ਪਰਮਾਤਮਾ ਨੂੰ ਇਹਨਾਂ ਕੁਚੱਜ ਕਰਮਾਂ ਨਾਲ ਮਿਲਿਆ ਨਹੀਂ ਜਾ ਸਕਦਾ। ਜੋਗੀਆਂ ਦੇ ਜੋਗ ਕਰਮ ਅਤੇ ਸਿੱਧਾਂ ਦੇ 84 ਆਸਣ ਜਮਾਉਣ ਵਾਲੀ ਸਿੱਧ ਸਾਧਨਾ ਵੀ ਕਰਕੇ ਭਾਵੇਂ ਕਿਤਨਾ ਹੀ ਖੱਪਿਆ ਹੰਭਿਆ ਜਾਵੇ, ਇਹ ਆਨਮਤ ਕਰਮਾਂ ਦੇ ਕੀਤਿਆਂ ਵੀ ਹਰੀ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ। ਇਹਨਾਂ ਸਾਧਨਾ ਦੇ ਸਾਧਨ ਕਰ ਆਯੂ ਭਾਵੇਂ ਬਹੁਤੀ ਵਡੇਰੀ ਅਤੇ ਲੰਮੇਰੀ ਹੋ ਜਾਵੇ, ਪਰ ਵਡੇਰੀ ਉਮਰ ਲੰਮੇਰੀ ਹੋਣ ਕਰ ਵੀ ਕੁਛ ਹੱਥ ਨਹੀਂ ਆਉਂਦਾ। ਓੜਕ ਮਰਨਾ ਹੀ ਹੁੰਦਾ ਹੈ ਅਤੇ ਮਰ ਕੇ ਫੇਰ ਜੋਨੀਆਂ ਵਿੱਚ ਹੀ ਪੈਣਾ ਪੈਂਦਾ ਹੈ। ਤਾਂ ਤੇ ਇਹ ਆਨਮਤ ਕਰਮ ਕੀਤੇ ਵੀ ਨਿਸਫਲ ਗਏ। ਰਾਜਿਆਂ ਵਾਲੇ ਸਾਜ-ਬਾਜ ਅਡੰਬਰਾਂ ਨੂੰ ਰਚ ਕੇ ਬਹੁ ਪ੍ਰਕਾਰੀ ਰਾਜ ਲੀਲਾ ਵੀ ਬਥੇਰੇ ਲੀਲਾਚਾਰੀ ਰਾਜੇ ਕਰ ਹੰਭ ਖੜੋਤੇ ਅਤੇ ਲੀਲਾ ਕਰ ਕੇ ਅਨੇਕ ਪ੍ਰਕਾਰੀ ਕਾਮਾਰਥੀ ਭੋਗ ਭੋਗੇ ਅਤੇ ਹਕੂਮਤ ਦੇ ਅਫਰੇਮੇ ਵਾਲੇ ਮਦ ਨਸ਼ੇ ਵਿੱਚ ਅਤਿਆਚਾਰੀ ਅਨਰਥ ਅਧਰਮ ਵਾਲੇ ਹੁਕਮ ਚਾੜੇ। ਸੋਹਣੀਆਂ ਤੋਂ ਸੋਹਣੀਆਂ ਸੁੰਦਰ ਇਸਤਰੀਆਂ ਨੂੰ ਮਹਿਲਾਂ ਵਿੱਚ ਪਾ ਕੇ ਉਹਨਾਂ ਦੇ ਨਾਲ ਕਾਮ ਦੇ ਚੇਸ਼ਟੀ ਭੋਗ ਵੀ ਬਥੇਰੇ ਭੋਗੇ। ਭੋਗਣ ਵਾਲੀਆਂ ਸੇਜਾਂ ਨੂੰ ਚੰਦਨ ਅਰਗਜ਼ਾ ਅਤਰ ਆਦਿ ਛਿੜਕ ਕੇ ਗਚਾ ਗਚ ਕਰ ਕੇ ਆਪਣੇ ਕਾਮ ਲੀਲਾ ਵਾਲੇ ਗੱਚ ਗੁਮਰ ਬਥੇਰੇ ਕੱਢੇ। ਪਰ ਓੜਕ ਇਹ ਰਾਜ ਲੀਲਾ ਵਾਲਾ ਕਾਮ ਕਮੀਲੀ ਕਮਾਸ਼ ਵਾਲਾ ਤਮਾਸ਼ਾ ਅਖਾੜਾ ਮਹਿਲ ਦਰਬਾਰਾ ਨਰਕ ਘੋਰ ਦਾ ਦੁਆਰਾ ਹੀ ਸਿੱਧ ਹੋਇਆ। ਅਰਥਾਤ ਇਹਨਾਂ ਰਾਜਸਾਜੀ ਕਰਮਾਂ ਦੇ ਕਰਨ ਕਰ ਘੋਰ ਨਰਕ ਹੀ ਅੰਤ ਨੂੰ ਭੋਗਣੇ ਪੈਣਗੇ। ਧਿਰਕਾਰ ਹੈ ਅਜਿਹੇ ਕਰਮਾਂ ਦੇ ਕਰਨ ਤੇ। ਉੱਪਰਲੇ ਸਾਰੇ ਆਨਮਤ ਕਰਮਾਂ ਦੀ ਸੋਧ ਸੁਧਾਈ ਅਤੇ ਖੰਡਨਤਾਈ ਕਰਕੇ ਸੱਚਾ ਸਚਾਈ ਭਰਿਆ ਇੱਕੋ ਇੱਕ ਕਰਮ ਕਮਾਉਣਾ ਦਰਸਾਇਆ ਜਾਂਦਾ ਹੈ। ਇਸ ਗੁਰਵਾਕ ਦੇ 8ਵੇਂ ਅੰਗ ਵਿੱਚ ਜੋ ਸਾਰੇ ਗੁਰਵਾਕ ਦਾ ਸਾਰ ਸਿੱਟਾ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਇਹਨਾਂ ਸਾਰਿਆਂ ਉੱਪਰ ਦੱਸੇ ਆਨਮਤ ਕਰਮਾਂ ਦੇ ਸਿਰ ਕਰਮ ਹਰ ਕੀਰਤ ਵਾਹਿਗੁਰੂ ਦੇ ਗੁਣਾਂ ਦੀ ਗੁਰਬਾਣੀ ਦੁਆਰਾ ਸਿਫਤ ਸਲਾਹ ਕਰਨ ਵਾਲਾ ਸਰਬੋਤਮ ਕਰਮ ਹੀ ਹੈ, ਜੋ ਗੁਰੂ ਘਰ ਦੀ ਸਾਧ ਸੰਗਤ ਵਿੱਚ ਮਿਲ ਕੇ ਹੀ ਕੀਤਾ ਕਮਾਇਆ ਜਾਂਦਾ ਹੈ। ਅਤੇ ਇਹ ਕਰਮਨ ਸਿਰ ਕਰਮ ਪ੍ਰਾਪਤ ਵੀ ਤਿਸ ਵਡਭਾਗੀ ਜਨ ਨੂੰ ਹੀ ਹੁੰਦਾ ਹੈ, ਜਿਸ ਨੇ ਪੁਰਬ ਲਿਖੇ ਦਾ ਲੈਣਾ ਹੁੰਦਾ ਹੈ, ਪ੍ਰਾਪਤ ਕਰਨਾ ਹੁੰਦਾ ਹੈ। ਗੁਰੂ ਘਰ ਦਾ ਕੋਈ ਵਿਰਲਾ ਗੁਰਮੁਖ ਸਿੱਖ ਸੇਵਕ ਹੀ ਇਸ ਹਰੀ ਕੀਰਤਨ ਦੇ ਰੰਗਾਂ ਵਿੱਚ ਹਰਦਮ ਮਸਤ ਰਹਿਣ ਵਾਲਾ ਹੁੰਦਾ ਹੈ। ਦੀਨਾਂ ਦੇ ਦੁੱਖ ਭੰਜਨ ਹਾਰਾ ਗੁਰੂ ਕਰਤਾਰ ਜਦੋਂ ਕਿਰਪਾਲ ਹੋਵੇ, ਤਦੋਂ ਹੀ ਹਰੀ ਕੀਰਤਨ ਦੇ ਰੰਗਾਂ ਵਿੱਚ ਇਹ ਮਨ ਰੰਗਿਆ ਜਾਂਦਾ ਹੈ। ਅਜਿਹੇ ਰੰਗ ਰੰਗੀਸ਼ਰਾਂ ਦੀ ਜੁੜੀ ਸਾਧ ਸੰਗਤ ਵਿੱਚ ਕੀਰਤਨ ਕੀਤਾ ਧੁਰ ਦਰਗਾਹੇ ਪ੍ਰਵਾਨ ਪੈਂਦਾ ਹੈ, ਜੋ ਗੁਰਮਤਿ ਸਿਫਤ ਸਲਾਹੀ ਕਰਮ ਦੇ ਅਨੇਕ ਪ੍ਰਕਾਰੀ ਰੰਗਾਂ ਵਿੱਚ ਕੀਤਾ ਜਾਂਦਾ ਹੈ। ਸਰਬੱਤਰ ਆਨਮਤ ਕਰਮਾਂ ਨਾਲੋਂ ਸ੍ਰੇਸ਼ਟ ਅਤੇ ਸਰਬੋਤਮ ਕਰਮ ਹੈ। ਚਾਹੇ ਨਾਮ ਅਭਿਆਸ ਕਮਾਈ ਕੀਤੀ ਜਾਵੇ, ਚਾਹੇ ਅਖੰਡ ਗੁਰਬਾਣੀ ਅੰਮ੍ਰਿਤ ਰੂਪ ਪਾਰਸ ਦਾ ਅਭਿਆਸ ਕੀਤਾ ਜਾਵੇ, ਚਾਹੇ ਕੀਰਤਨ ਕਮਾਈਆਂ ਵਿੱਚ ਸਿਫਤ ਸਲਾਹ ਉਕਤਾਈ ਜਾਵੇ, ਇਹ ਇੱਕੋ ਹੀ ਸੱਚਾ ਸਿਫਤ ਸਲਾਹੀ ਆਚਾਰ
ਗੁਰਮਤਿ ਕਰਮਾਤੀ ਕਰਮ ਹੈ, ਜੋ ਸਿਰ ਕਰਮਨ ਕਰਮ ਅਮਰ ਕਰਮ ਹੈ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤਹਿ ਤਹਿ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੂੰ ਸੇਵਾ ਗੁਰ ਲਾਗੋਂ ਚਰਨ, ਗੋविंद जी का मार्ग देहो जी बताई। रहाओ अनिक उपाव करो माया को बचित धरो, मेरी मेरी करत सद ही विहावै। कोई ऐसो रे भेटै संत, मेरी लाहै सगल चिंत, ठाकुर स्यों मेरा रंग लावै। पढ़े रे सगल बेद नह चूकै मन भेद, एक खिन ना धीरै मेरे घर के पंचा। कोई ऐसो रे भगत जो माया ते रहत, एक अमृत नाम मेरा हृदय सिंचा। जे तेरे तीरथ नहाए आहंग बुध मैल लाए, घर को ठाकुर एक तिल ना मानै। कद पावों साध संग हर हर सदा आनंद, ज्ञान अंजन मेरा मन इशनानै। सगल अशरम कीने मनुआ नह पतीने, विवेकहीन देही धोए। कोई पाइयै रे पुरख विधाता, पार ब्रह्म कै रंग राता। मेरे मन की दुर्मत मल खोए, कर्म धर्म जुगता निमख ना हेत करता। गर्भ गर्भ पढ़ै कही ना लेखै, जिस भेटियै सफल मूरत, करै सदा कीरत। गुर प्रसाद को नेत्रों पेखै, मन हठ जो कमावै, तिल न लेखै पावै। बगुल ज्यों ध्यान लावै, माया रे धारी। कोई ऐसो रे सुखादाई, प्रभ की कथा सुनाई। तिस भेटे गत होए हमारी, सुप्रसन्न गोपाल राय। काटै रे बंधन माए, गुर कै शब्द मेरा मन राता। सदा सदा आनंद भेट्यो निर्भय गोबिंद, सुख नानक लाधे हर चरण पराता। सफल सफल भई सफल जातरा, आवन जान रहे मिले साधा। रहाओ दूजा। व्याख्या। जो जीव जूनी विच जन्म मरण आवा गौण दे गेड़ विच पै गया, सो समझो इस गेड़ दे उलझेवें विच उलझ गया। ਇਹ ਮਨੁੱਖਾ ਜਨਮ ਤਕੜੇ ਗੇੜ ਪਿੱਛੋਂ ਮਸਾਂ ਸੰਜੋਗਾਂ ਨਾਲ ਭਾਗਾਂ ਨਾਲ ਮਿਲਦਾ ਹੈ। ਇਸ ਮਨੁੱਖਾ ਜਨਮ ਨੂੰ ਵੀ ਜੋ ਐਵੇਂ ਅਕਾਰਤ ਹੀ ਗਵਾ ਲੈਂਦੇ ਹਨ, ਉਹ ਬੜੇ ਅਭਾਗੇ ਹਨ। ਇਹ ਮਨੁੱਖਾ ਜਨਮ ਉਹਨਾਂ ਵਡਭਾਗੀ ਜਨਾਂ ਦਾ ਹੀ ਲੇਖੇ ਲੱਗਦਾ ਹੈ, ਜਿਨ੍ਹਾਂ ਨੇ ਗੁਰੂ ਘਰ ਗੁਰੂ ਨਾਨਕ ਦੇ ਘਰ ਦੀ ਸਾਧ ਸੰਗਤ ਦੀ ਓਟ ਤੱਕੀ ਹੈ। ਵਾਹਿਗੁਰੂ ਹਰ ਰਾਏ ਦੀ ਜਿਨ੍ਹਾਂ ਉੱਤੇ ਅਪਾਰ ਕਿਰਪਾ ਹੁੰਦੀ ਹੈ, ਤਿਨਾਂ ਨੂੰ ਹੀ ਗੁਰੂ ਸਾਧ ਸੰਗਤ ਦਾ ਮਿਲਾਪ ਹੁੰਦਾ ਹੈ। ਵਾਹਿਗੁਰੂ ਹੱਥ ਦੇ ਕੇ ਤਿਨਾਂ ਨੂੰ ਗੁਰ ਸਾਧ ਸੰਗਤ ਦੀ ਓਟ ਵਿੱਚ ਹੀ ਰੱਖਦਾ ਹੈ। ਤਿਨਾਂ ਦੇ ਸਿਰ ਤੇ ਹੱਥ ਦੇ ਕੇ ਭੂਤ ਭਵਿੱਖਤ ਦੇ ਦਾਨੀ ਜਾਣੂ ਅੰਤਰਯਾਮੀ ਗੁਰੂ ਨਾਨਕ ਪੰਚਮੇਸ਼ ਸਾਹਿਬ ਵੀ ਤਿਨਾਂ ਗੁਰਮੁਖਾਂ ਤੇ ਟੁੱਟ ਕੇ ਤਿਨਾਂ ਨਿਮਿਤ ਇਹੀ ਅਰਦਾਸ ਕਰ ਰਹੇ ਹਨ, ਧੁਰ ਸੱਚਖੰਡ ਵਿੱਚ ਬੈਠੇ ਕਿ ਹੇ ਵਾਹਿਗੁਰੂ, ਗੁਰ ਸਾਧ ਸੰਗਤ ਦੀ ਸ਼ਰਨੀ ਆਇਆਂ ਨੂੰ ਸਦਾ ਸੰਗਤ ਦੀ ਓਟ ਵਿੱਚ ਹੀ ਰੱਖੋ। ਇਸ ਕਰਕੇ ਕਰਤਾਰ ਜ਼ਰੂਰ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ। ਐਸੇ ਕਿਰਪਾ ਦੇ ਪਾਤਰ ਉੱਤਮ ਜਗਿਆਸੂ ਜਨ ਵੀ ਗੁਰ ਸੁਮੱਤੇ ਪਏ ਹੋਏ ਇਸ ਪ੍ਰਕਾਰ ਦੀਆਂ ਜੋਦੜੀਆਂ ਕਰਦੇ ਹਨ। ਗੁਰੂ ਸਾਹਿਬ ਇਹ ਜੋਦੜੀਆਂ ਕਰਨੀਆਂ ਉਹਨਾਂ ਨੂੰ ਸਮਝਾਉਂਦੇ ਹਨ ਕਿ ਅਨੇਕਾਂ ਜਨਮਾਂ ਵਿੱਚ ਭੌਂਦਿਆਂ ਭਰਮਦਿਆਂ ਭਟਕਦਿਆਂ ਨੂੰ ਇਸ ਆਵਾ ਗੌਣ ਦੇ ਗੇੜ ਤੋਂ ਥੰਮ ਨਹੀਂ ਪਿਆ। ਹੁਣ ਮਾਨਸ ਜਨਮ ਸੰਜੋਗੀ ਪਾਇਆ ਹੈ। ਇਸ ਜਨਮ ਵਿੱਚ ਹੇ ਕਰਤਾਰ, ਮੈਂ ਗੁਰੂ ਦੀ ਸੇਵਾ ਕਰਦਾ ਹੀ ਰਹਾਂ ਅਤੇ ਗੁਰੂ ਘਰ ਦੀ ਸਾਧ ਸੰਗਤ ਦੇ ਚਰਨੀ ਲੱਗਿਆ ਹੀ ਰਹਾਂ, ਜਾਂ ਤੇ ਗੋਬਿੰਦ ਜੀ ਦਾ ਮਾਰਗ ਦਸਾ ਹੀ ਲਵਾਂ। ਇਹ ਮਾਨਸ ਜਨਮ ਪਾ ਕੇ ਵੀ ਮਤੇ ਆਨਮਤ ਧਰਮਾਂ ਦੇ ਹੋਰਸ ਕਰਮਾਂ ਨੂੰ ਕਰਨ ਦੇ ਅਨੇਕ ਉਪਾਵਾਂ ਵਿੱਚ ਲੱਗਣ ਦੇ ਵਹਿਣ ਵਿੱਚ ਰੁੜ ਜਾਵਾਂ, ਕਿਉਂਕਿ ਆਨਮਤ ਧਰਮ ਕਰਮੀ ਉਪਾਵ ਤਾਂ ਮਹਿਜ਼ ਮਾਇਆ ਮਮਤਾ ਦੇ ਮਨਸਾ ਹੋੜਨੀ ਉਪਾਵ ਹੀ ਹਨ, ਜੋ ਫੇਰ 84 ਦੇ ਗੇੜ ਵਿੱਚ ਰੁੜਾ ਲੈ ਜਾਂਦੇ ਹਨ। ਇਹਨਾਂ ਮਮਤਾਮਈ ਕਰਮਾਂ ਵਿੱਚ ਲੱਗੇ ਹੋਇਆਂ ਦੀ ਮੇਰੀ ਕਰਦਿਆਂ ਹੀ ਸਾਰੀ ਉਮਰ ਵਿਹਾ ਜਾਂਦੀ ਹੈ। ਇਹ ਸਾਰੀ ਮੇਰੀ ਚਿੰਤਾ ਲਾਉਣ ਵਾਲਾ ਅਤੇ ਚਿੰਤਾ ਲਾ ਕੇ ਠਾਕੁਰ ਸਿਉਂ ਰੰਗ ਲਾਉਣ ਵਾਲਾ ਸੰਤ ਗੁਰੂ ਨਾਨਕ ਹੀ ਹੈ, ਜੋ ਆਪਣਿਆਂ ਗੁਰਬਿਸਮੇਸ ਜਾਮਿਆਂ ਅੰਦਰਲੀ ਪਾਰਸ ਕਲਾ ਭੇਟ ਸਪਰਸ਼ ਦੁਆਰਾ ਜਗਿਆਸੂ ਜਨਾਂ ਨੂੰ ਪਾਰਸ ਰੂਪ ਹੀ ਬਣਾ ਲੈਂਦਾ ਹੈ।
ਅਤੇ ਗੁਰੂ ਘਰ ਦੀ ਪਾਰਸ ਸ਼ਕਤ ਵਾਲੀ ਪੰਚ ਪਰਵਾਨ ਪੰਚ ਪ੍ਰਧਾਨ ਜਨਾਂ ਦੀ ਸੁਮੱਤ ਵਿੱਚ ਮੇਲੀ ਰੱਖਣ ਕਰਕੇ ਉੱਤਮ ਅਤੇ ਅਧਿਕਾਰੀ ਜਗਿਆਸੂ ਜਨਾਂ ਦੇ ਬੇੜੇ ਪਾਰ ਕਰ ਦਿੰਦਾ ਹੈ। ਸਾਰੇ ਅਤੇ ਸਮੁੱਚੇ ਵੇਦ ਅੱਖਰ ਅੱਖਰ ਕਰਕੇ ਪੜ੍ਹ ਕੇ ਘੋਖ ਲਏ, ਪਰ ਇਹਨਾਂ ਵੇਦਾਂ ਦੇ ਘੋਖਣ ਕਰਮੋਖਣ ਕਰਕੇ ਮਨ ਦੇ ਭਰਮ ਭੇਦ ਨਾ ਚੁੱਕੇ ਗਏ। ਮਨ ਅੰਦਰਲੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇੱਕ ਖਿਨ ਮਾਤਰ ਵੀ ਨਾ ਵਰਜ ਰਹਾਏ ਗਏ। ਇਹ ਤਾਂ ਮੋਹ ਮਾਇਆ ਤੋਂ ਨਿਰਲੇਪ ਗ੍ਰਸਤ ਉਦਾਸ ਗੁਰੂ ਘਰ ਦੇ ਗੁਰਮੁਖ ਭਗਤ ਜਨ, ਇਹ ਪੰਚ ਪ੍ਰਧਾਨ ਜਨ ਹੀ ਹਨ ਜੋ ਅੰਮ੍ਰਿਤ ਸੰਚਾਰ ਦੁਆਰਾ ਪੰਚਾਂ ਦੇ ਗੁਰੂ ਰੂਪ ਸਰੂਪ ਵਿੱਚ ਅਧਿਕਾਰੀ ਜਗਿਆਸੂ ਜਨ ਦੇ ਹਿਰਦੇ ਅੰਦਰ ਅੰਮ੍ਰਿਤ ਨਾਮ ਨੂੰ ਸਿੰਚ ਕੇ ਪਾਰਸ ਰਸਾਇਣੀ ਕਲਿਆਣ ਮੋਖ ਪ੍ਰਦਾਨ ਕਰ ਦਿੰਦੇ ਹਨ। ਇਹ ਗੁਰਮਤ ਨਾਮ ਦੜਾਉਂਦੇ ਹਨ। ਜਿਸ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਕਰਮ ਦੀ ਪਾਰਸ ਕਲਾ ਦੁਆਰਾ ਉਹਨਾਂ ਦਾ ਕਲਿਆਣਮਈ ਉਧਾਰ ਹੋ ਜਾਂਦਾ ਹੈ ਅਤੇ ਉਹ ਮੋਖ ਦੁਆਰੀਏ ਹੋ ਜਾਂਦੇ ਹਨ। ਨਹੀਂ ਤਾਂ ਵੇਦਾਂ ਦੇ ਦੱਸੇ ਦ੍ਰਿੜਾਏ ਆਨਮਤ ਕਰਮਾਂ ਦੇ ਕੀਤਿਆਂ ਕੁਛ ਨਹੀਂ ਬਣਦਾ ਸਰਦਾ। ਹੋਰ ਜਿਤਨੇ ਵੀ ਆਨਮਤੀ ਤੀਰਥਾਂ ਦੇ ਇਸ਼ਨਾਨ ਮਜਨੀ ਕਰਮ ਕੋਈ ਆਨਮਤੀ ਕਰੇ, ਤਿਨਾਂ ਦੇ ਕੀਤਿਆਂ ਅਰਥਾਤ ਤਿਨਾਂ ਤੀਰਥਾਂ ਵਿੱਚ ਨਹਾਤਿਆਂ ਅਗਲੀ ਮੈਲ ਤਾਂ ਕੀ ਉਤਰਨੀ ਸੀ, ਸਗੋਂ ਹੋਰ ਦੂਣੀ ਤਿਗਣੀ ਚੌਗਣੀ 10 ਗੁਣੀ ਮੈਲ ਅਹੰਗ ਬੁੱਧ ਮਤਸਰ ਦੀ ਲੱਗ ਜਾਂਦੀ ਹੈ। ਨਾ ਹੀ ਇਹਨਾਂ ਤੀਰਥ ਮਜਨੀ ਧਰਮਾਂ ਦੇ ਕੀਤਿਆਂ ਘਟ ਘਟ ਵਾਸੀ ਸਰਬ ਨਿਵਾਸੀ ਠਾਕੁਰ ਪਤੀਜਦਾ ਹੀ ਹੈ, ਇੱਕ ਤਿਲ ਮਾਤਰ ਵੀ ਨਹੀਂ ਪਤੀਜਦਾ। ਤਾਂ ਤੇ ਵੱਡੇ ਭਾਗਾਂ ਕਰਕੇ ਗੁਰੂ ਘਰ ਦੇ ਗੁਰਮੁਖ ਭਗਤ ਜਨਾਂ ਦੀ ਸਾਧ ਸੰਗਤ ਕਰਨੀ ਨਸੀਬ ਹੋਵੇ, ਜਾਂ ਤੇ ਵਾਹਿਗੁਰੂ ਨਾਮ ਦੇ ਰੰਗਾਂ ਵਾਲਾ ਸਦ ਸਦੀਵੀ ਆਨੰਦ ਪ੍ਰਾਪਤ ਹੋਵੇ ਅਤੇ ਸਦਾ ਪ੍ਰਾਪਤ ਰਹੇ, ਅਤੇ ਪ੍ਰਚੰਡ ਗਿਆਨ ਰੂਪੀ ਇਸ਼ਨਾਨ ਸੇਤੀ ਮਨ ਇਸ਼ਨਾਨਿਆਂ ਮਜਨਾਨਿਆਂ ਜਾਵੇ, ਸਦਾ ਉਜਲਾ ਅਤੇ ਰੋਸ਼ਨ ਮੁਨੱਵਰੀ ਨੂਰ ਵਾਲਾ ਹੋ ਜਾਵੇ। ਪਾਰ ਬ੍ਰਹਮ ਦੇ ਰੰਗ ਰਤੜੇ ਮਹਾਪੁਰਸ਼ਾਂ ਗੁਰਮਤ ਗਿਆਨ ਸੁਰਤੀਸ਼ਰਾਂ ਦੇ ਪੁੰਜ ਢੋਏ ਦਾ ਵਸਲ ਹੋਵੇ, ਜੋ ਮਨ ਦੀ ਦੁਰਮਤ ਮੈਲ ਨੂੰ ਹੀ ਧੋ ਸਿੱਟੇ। ਆਨਮਤ ਕਰਮ ਧਰਮ ਦੀਆਂ ਅਨੇਕਾਂ ਜੁਗਤੀਆਂ ਦੁਆਰਾ ਵਾਹਿਗੁਰੂ ਦੇ ਨਾਲ ਨਿਮਖ ਪਰ ਭੋਰੀ ਮਾਤਰ ਵੀ ਪ੍ਰੇਮ ਨਾਤਾ ਨਹੀਂ ਜੁੜਦਾ, ਸਗੋਂ ਕਰਮਾਂ ਦੇ ਕਰਨ ਕਰ ਗਰਭ ਗੁਮਾਨ ਹੀ ਵੱਧਦਾ ਹੈ। ਗਰਭ ਕੀਤਿਆਂ ਗਰਭ ਜੋਨੀਆਂ ਵਿੱਚ ਹੀ ਪਈਦਾ ਹੈ ਅਤੇ ਗਰਭ ਕੀਤਾ ਰਾਸ ਨਹੀਂ ਆਉਂਦਾ। ਗਰਭ ਗ੍ਰਸੇ ਕਰਮ ਕੀਤੇ ਕਿਸੇ ਵੀ ਲੇਖੇ ਨਹੀਂ ਪੈਂਦੇ। ਇਹ ਗੁਰਮਤ ਸਿਫਤ ਸਲਾਹ ਦੇ ਸੱਚੇ ਮਾਰਗ ਰਾਹ ਵਾਲਾ ਕਰਮ ਹੀ ਹੈ, ਜਿਸ ਵਿੱਚ ਰੱਤਾ ਹੋਇਆ ਗੁਰਮੁਖ ਜਨ ਸਦਾ ਕੀਰਤਨ ਹੀ ਕਰਦਾ ਰਹਿੰਦਾ ਹੈ ਅਤੇ ਸਦਾ ਕਰਮਾਈ ਪਾਰਸ ਰੂਪ ਕੀਰਤਨ ਕਲਾ ਦੀ ਅੰਮ੍ਰਿਤ ਰਸਾਇਣੀ ਪਾਰਸ ਸਪਰਸ਼ੀ ਛੋਹ ਨਾਲ ਸਫਲ ਮੂਰਤ ਅਕਾਲ ਪੁਰਖ ਨੂੰ ਭੇਟ ਲੈਂਦਾ ਹੈ ਅਤੇ ਆਪਣੇ ਦਿਵ ਦ੍ਰਿਸ਼ਟੇ ਇਹਨਾਂ ਨੈਣਾਂ ਨਾਲ ਹੀ ਦੇਖ ਲੈਂਦਾ ਹੈ। ਇਹ ਤਾਂ ਹੈ ਗੁਰਮਤ ਕਰਮ ਦੀ ਸਹਿਜ ਕਮਾਈ ਦਾ ਪ੍ਰਤਾਪ। ਹੋਰ ਮਨ ਹਠ ਕਰਕੇ ਜਿਤਨੇ ਵੀ ਕਰਮ ਆਨਮਤ ਕਰਮ ਕੀਤੇ ਕਤਰੇ ਕਮਾਏ ਕਮਤਰੇ ਜਾਂਦੇ ਹਨ, ਉਹ ਤਿਲ ਮਾਤਰ ਵੀ ਸੁਲੇਖੇ ਨਹੀਂ ਪੈਂਦੇ। ਜਿਹੜੇ ਆਨਮਤ ਇੰਦਰੇ ਦਮਨੀ ਮੈਡੀਟੇਸ਼ਨੀ ਮਨ ਉਕਤ ਹਠ ਯੋਗ ਭੇਖਣੀ ਬਗਲ ਸਮਾਧੀਆਂ ਲਾ ਲਾ ਕੇ ਧਿਆਨ ਜਮਾਉਂਦੇ ਹਨ, ਉਹ ਵੀ ਐਵੇਂ ਨਿਸਫਲ ਹੀ ਜਾਂਦੇ ਹਨ, ਕਿਉਂਕਿ ਅੰਤੀ ਅਭਿਪਰੇ ਅੰਦਰ ਮਾਇਆ ਰੁਚੀ ਵਾਲੀ ਧਾਰਨਾ ਹੀ ਹੁੰਦੀ ਹੈ। ਐਸੇ ਵਿਰਲੇ ਹੀ ਸੁਖਾਦਾਈ ਗੁਰਮੁਖ ਜਨ ਹੁੰਦੇ ਹਨ ਜੋ ਵਾਹਿਗੁਰੂ ਦੇ ਨਾਮ ਦੀ ਅਕਥ ਕਥਾ ਅਤੇ ਗੁਰਬਾਣੀ ਦਾ ਅਖੰਡ ਕੀਰਤਨ ਸੁਣਾਉਂਦੇ ਹਨ, ਜਿਨ੍ਹਾਂ ਦੇ ਮਿਲਿਆਂ ਭੇਟਿਆਂ ਜਗਿਆਸੂ ਜਨ ਦੀ ਗਤ ਕਲਿਆਣ ਹੁੰਦੀ ਹੈ। ਐਸੇ ਗੁਰਮੁਖ ਜਨ ਗੁਰੂ ਘਰ ਵਿਖੇ ਹੀ ਪਾਏ ਜਾਂਦੇ ਹਨ। ਸਭ ਦਾ ਪ੍ਰਤਪਾਲਕ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਪੁਰਖ ਕਰਤਾਰ ਵਾਹਿਗੁਰੂ ਸੁਪ੍ਰਸੰਨ ਹੋਵੇ, ਆਪਣੀ ਨਦਰ ਮਿਹਰ ਕਰੇ ਅਤੇ ਮਾਇਆ ਦੇ ਬੰਧਨ ਕੱਟ ਦੇਵੇ। ਗੁਰੂ ਦੇ ਸ਼ਬਦ ਵਿੱਚ ਮਨ ਨੂੰ ਰੰਗ ਕੇ ਕਰਤਾ ਪੁਰਖ ਮਾਇਆ ਦੇ ਬੰਧਨ ਕੱਟਦਾ ਹੈ। ਫੇਰ ਤਾਂ ਬਸ ਸਦਾ ਸਦਾ ਆਨੰਦ ਹੀ ਆਉਂਦਾ ਹੈ। ਨਿਰਭੈ ਗੋਬਿੰਦ ਦੇ ਪ੍ਰਤੱਖ ਦਰਸ਼ਨ ਭੇਟ ਵਾਲੀ ਗੁਰਮੁਖ ਜਨ ਦੀ ਅਵਸਥਾ ਹੀ ਬੜੀ ਨਿਰਭੈਤਾ ਪੂਰਤ ਆਨੰਦ ਬਿਸਮਾਦ ਵਾਲੀ ਹੋ ਜਾਂਦੀ ਹੈ। ਵਾਹਿਗੁਰੂ ਦੇ ਚਰਨਾਂ ਵਿੱਚ ਪਏ ਰਹਿਣ ਦੀ, ਵਾਹਿਗੁਰੂ ਦੇ ਸੱਚਖੰਡੀ ਦਰਬਾਰ ਦੀ ਸ਼ਰਨੀ ਸਮਾਏ ਰਹਿਣ ਵਾਲੀ ਆਤਮ ਬਿਸਮਾਦ ਅਹਿਲਾਦੀ ਅਵਸਥਾ ਬੜੀ ਹੀ ਸਹਿਜ ਸੁਖ ਲੱਦਣੀ ਅਵਸਥਾ ਹੈ। ਕੇਵਲ ਗੁਰੂ ਨਾਨਕ ਦੇ ਘਰਦਰ ਦੇ ਸੇਵਕ ਸਿੱਖ ਗੁਰਮਤ ਨਾਮ ਅਭਿਆਸ ਕਮਾਈ ਦੇ ਕਰਨ ਹਾਰੇ ਹੋਇਆਂ ਹੀ ਲੱਭਦੀ ਹੈ।
ਤਿਨਾਂ ਦੀ, ਕੇਵਲ ਤਿਨਾਂ ਦੀ ਹੀ ਮਨੁੱਖਾ ਜਨਮ ਰੂਪੀ ਯਾਤਰਾ ਸਫਲ ਅਤ ਸਫਲ ਹੁੰਦੀ ਹੈ, ਕਿਉਂਕਿ ਤਿਨਾਂ ਦੇ ਆਵਣ ਜਾਣੇ ਸਭ ਮਿਟ ਜਾਂਦੇ ਹਨ। ਰਹਾਉ ਦੂਜਾ, ਗੁਰੂ ਨਾਨਕ ਦੇ ਆਪਣੇ ਗੁਰਮੁਖ ਸਾਧਾਂ ਸੰਤਾਂ ਭਗਤਾਂ ਦੀ ਸੰਗਤ ਦੇ ਮਿਲਣ ਕਰਕੇ ਦੇਖੋ ਕੈਸੀ ਵਿਲੱਖਣ ਅਤੇ ਅਨੂਪ ਵਿਚੱਖਣ ਸ੍ਰੇਸ਼ਟਤਾ ਹੈ ਗੁਰਮਤਿ ਨਾਮ ਕਰਮ ਦੀ। ਆਨਮਤ ਕਰਮਾਂ ਦੇ ਮੁਕਾਬਲੇ ਵਿੱਚ ਵਿਲੱਖਣਤਾ ਹੀ ਵਿਲੱਖਣਤਾ ਹੈ। ਸਭ ਤੀਰਥ ਵਰਤ ਜਗ ਪੁੰਨ ਤੁਲਾਹਾ, ਹਰ ਹਰ ਨਾਮ ਨਾ ਪੁਜੈ ਪੁਜਾਹਾ, ਹਰ ਹਰ ਅਤੁਲ ਤੋਲ ਅਤ ਭਾਰੀ, ਗੁਰਮਤਿ ਜਪ ਉਮਾਹਾ ਰਾਮ। ਸਭ ਕਰਮ ਧਰਮ ਹਰ ਨਾਮ ਜਪਾਹਾ, ਕਿਲ ਵਿਖ ਮੈਲ ਪਾਪ ਧੋਵਾਹਾ, ਦੀਨ ਦਇਆਲ ਹੋ ਜਨ ਊਪਰ, ਦੇਹੁ ਨਾਨਕ ਨਾਮ ਉਮਾਹਾ ਰਾਮ। ਜੈਤ ਸ੍ਰੀ ਮਹਲਾ ਚੌਥਾ। ਵਿਆਖਿਆ। ਆਨਮਤ ਕਰਮ ਕਰ ਮੰਨੇ, ਸਾਰੇ ਹੀ ਤੀਰਥ, ਸਾਰੇ ਹੀ ਵਰਤ ਕਰਮ, ਸਾਰੇ ਹੀ ਜਗ ਕਿਰਿਆਵੀ ਕਰਮ ਅਤੇ ਸਮੁੱਚੇ ਹੀ ਪੁੰਨ ਦਾਨ ਵਾਲੇ ਕਰਮ ਹਾੜ ਤੋਲ ਕੇ ਦੇਖ ਲਏ। ਵਾਹਿਗੁਰੂ ਦੇ ਨਾਮ ਦੇ ਤੁਲ ਨਹੀਂ ਪੁੱਜਦੇ, ਪਾ ਸੰਗ ਮਾਤਰ ਵੀ ਪੂਰੇ ਨਹੀਂ ਉਤਰਦੇ। ਗੁਰਮਤ ਜਾਪ ਦੇ ਪੂਰਨ ਉਮਾਹੇ ਵਿੱਚ ਜਪਿਆ ਨਾਮ ਬੜੇ ਭਾਰੀ ਗੌਰਵ ਤੇ ਗੰਭੀਰ ਤੋਲ ਵਾਲਾ ਹੈ, ਜੋ ਕਦੇ ਤੋਲਿਆ ਹੀ ਨਹੀਂ ਜਾ ਸਕਦਾ, ਸਦਾ ਅਤੁਲ ਹੈ ਅਤੇ ਭਾਰੀ ਤੋਲ ਵਾਲਾ ਹੈ। ਐਸੇ ਗੁਰਮਤ ਨਾਮ ਦੇ ਇੱਕ ਵਾਰ ਦੇ ਜਾਪ ਅਭਿਆਸ ਵਿੱਚ ਸਾਰੇ ਹੀ ਕਰਮ ਧਰਮ ਆ ਜਾਂਦੇ ਹਨ ਆਨ ਮਤ ਦੇ, ਅਤੇ ਗੁਰਮਤ ਨਾਮ ਦਾ ਇੱਕ ਵਾਰ ਜਾਪ ਜਪਿਆਂ ਕਿਲਵਿਖ ਮੈਲ ਵਾਲੇ ਕਮਾਤੇ ਸਗਲੇ ਪਾਪ ਧੋਏ ਜਾਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਕੈਸੀ ਸ਼ਫਾਅਤ ਕਰਦੇ ਹਨ ਨਿਜ ਘਰ ਦੇ ਗੁਰਸਿੱਖ ਨਾਮ ਅਭਿਆਸੀ ਜਨਾਂ ਨਿਮਿਤ। ਹੇ ਦੀਨ ਦਇਆਲ ਵਾਹਿਗੁਰੂ, ਤੂੰ ਸਦਾ ਹੀ ਆਪਣੇ ਜਨਾਂ ਉੱਪਰ ਦਇਆਲ ਹੀ ਰਹੋ ਅਤੇ ਤਿਨਾਂ ਨੂੰ ਨਾਮ ਜਪਣ ਦਾ ਨਿਤ ਨਵਾਂ ਉਮਾ ਤੇ ਉਤਸ਼ਾਹ ਬਖਸ਼। ਅਗਲੇ ਗੁਰ ਪ੍ਰਮਾਣ ਅੰਦਰ ਗੁਰਬਾਣੀ ਰੂਪੀ ਸੱਚੜੇ ਬੇਦ ਦੇ ਪਾਠ ਦਾ ਅਤੇ ਗੁਰਮਤ ਨਾਮ ਅਭਿਆਸ ਕਰਮ ਰੂਪੀ ਸੱਚੜੇ ਬੇਦ ਕਰਮ ਦਾ ਮੁਕਾਬਲਾ ਆਨਮਤ ਧਰਮ ਦੇ ਬੇਦਾਂ ਦੇ ਪਾਠ ਅਭਿਆਸ ਕਰਮ ਨਾਲ ਕਰਕੇ ਸੱਚੜੇ ਗੁਰਮਤ ਅਭਿਆਸ ਕਰਮ ਦੀ ਫਜ਼ੀਲਤ ਅਤੇ ਸਰਬੋਤਮਤਾ ਦਰਸਾਈ ਜਾਂਦੀ ਹੈ। ਯਥਾ ਦੀਵਾ ਬੜੈ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ ਖਾਏ। ਬੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੈ ਵਿਚਾਰ। ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰਸ ਪਾਰ। ਸ਼ਲੋਕ ਮਹਲਾ ਪਹਿਲਾ। ਵਾਰ ਸੂਹੀ। ਵਿਆਖਿਆ। ਜਿਸ ਮਕਾਨ ਵਿੱਚ ਦੀਵਾ ਲੈਂਪ ਆਦਿਕ ਬਾਲਿਆ ਜਾਵੇ, ਉਸ ਮਕਾਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਨਾਮ ਦਾ ਦੀਵਾ ਬਲੇ ਤੇ ਅਗਿਆਨ ਰੂਪੀ ਅੰਧੇਰਾ ਸਾਰਾ ਦੂਰ ਹੋ ਜਾਂਦਾ ਹੈ ਅਤੇ ਘਟ ਅੰਦਰ ਨੂਰਮਈ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦਾ ਦਰਸਾਇਆ ਪ੍ਰਸਿੱਧ ਦੀਵਾ ਗੁਰਮਤ ਨਾਮ ਦਾ ਹੀ ਹੈ, ਜਿਸ ਤਰ੍ਹਾਂ ਕਿ ਗੁਰ ਪ੍ਰਮਾਣ ਆਉਂਦਾ ਹੈ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਆਸਾ ਮਹਲਾ ਪਹਿਲਾ। ਭਾਵ ਨਾਮ ਦੀਵੇ ਦੇ ਨੂਰ ਚਾਨਣੇ ਨਾਲ ਦੁੱਖ ਰੂਪੀ ਤੇਲ ਸੁਖਮੁਖ ਜਾਂਦਾ ਹੈ। ਨਾਮ ਅਭਿਆਸ ਕਰਮੀ ਦੀਵੇ ਦੇ ਚਾਨਣ ਨਾਲ ਜਮਾਂ ਦਾ ਮੇਲ ਵੀ ਚੁੱਕਿਆ ਜਾਂਦਾ ਹੈ, ਅਰਥਾਤ ਨਾਮ ਅਭਿਆਸੀਆਂ ਦੇ ਜਮ ਨੇੜੇ ਨਹੀਂ ਆਉਂਦਾ। ਇਸ ਪ੍ਰਕਾਰ ਉੱਪਰਲੇ ਮੁੱਖ ਗੁਰ ਪ੍ਰਮਾਣ ਅੰਦਰ ਹੀ ਦਰਸਾਇਆ ਗਿਆ ਹੈ ਕਿ ਗੁਰਮਤ ਨਾਮ ਅਭਿਆਸ ਗੁਰਬਾਣੀ ਰੂਪੀ ਸੱਚੜੇ ਬੇਦ ਦੇ ਪਾਠ ਨਾਲ ਪਾਪਾਂ ਦਾ ਅਤੇ ਪਾਪ ਕਰਮਨੀ ਦੁਰਮਤ ਮਤ ਦਾ ਖੈ ਨਾਸ ਹੋ ਜਾਂਦਾ ਹੈ। ਜਿਵੇਂ ਸੂਰਜ ਦੇ ਉਦੇ ਹੋਣ ਨਾਲ ਚੰਦ ਅਲੋਪ ਹੋ ਜਾਂਦਾ ਹੈ, ਚੰਦ ਦੀ ਰੋਸ਼ਨੀ ਮੱਧਮ ਪੈ ਜਾਂਦੀ ਹੈ ਅਤੇ ਰਾਤ ਦਾ ਅੰਧੇਰਾ ਬਿਨਸ ਜਾਂਦਾ ਹੈ, ਇਸੇ ਤਰ੍ਹਾਂ ਪ੍ਰਚੰਡ ਗਿਆਨ ਨੂਰਾਨੀਏ ਨਾਮ ਰੂਪੀ ਸੂਰਜ ਦੇ ਪ੍ਰਕਾਸ਼ਿਤ ਹੋਣ ਨਾਲ ਆਨ ਮਤਾਂ ਦੀ ਗੰਧਲ ਚਾਹੁੰਦੇ ਵਾਲਾ ਸਗਲਾ ਅਗਿਆਨ ਅੰਧੇਰਾ ਮਿਟ ਜਾਂਦਾ ਹੈ। ਬੇਦ ਪਾਠ ਮਤ ਪਾਪਾਂ ਖਾਏ ਵਾਲੀ ਗੁਰਵਾਕ ਪੰਕਤੀ ਵਿੱਚ ਆਏ ਬੇਦ ਪਦ ਲਫ਼ਜ਼ ਤੋਂ ਤਤ ਭਾਵੀ ਮੁਰਾਦ ਨਾਮ ਗੁਰਬਾਣੀ ਦੇ ਸੱਚੇ ਮਾਨਿਆਂ ਵਾਲੀ ਹੈ। ਗੁਰੂ ਨਾਨਕ ਦਾ ਬੇਦ ਹੀ ਨਿਰਾਲਾ ਹੈ। ਗੁਰਮਤ ਦਾ ਗੁਰੂ ਘਰ ਦਾ ਬੇਦ ਵਿਲੱਖਣ ਹੈ। ਉਹ ਵਿਲੱਖਣੀ ਨਿਰਾਲਾ ਬੇਦ ਨਾਮ ਗੁਰਬਾਣੀ ਹੈ। ਜਿਵੇਂ ਜਪਜੀ ਸਾਹਿਬ ਦੀ ਅਹਰਣ ਮਤ ਵੇਦ ਹਥਿਆਰ ਵਾਲੀ ਤੁਕ ਪੰਕਤੀ ਅੰਦਰ ਵੇਦ ਪਦ ਨਾਮ ਬਾਣੀ ਦੇ ਅਰਥਾਂ ਵਿੱਚ ਵਰਤਿਆ ਗਿਆ ਹੈ,
ਤਿਵੇਂ ਹੀ ਵੇਦ ਪਾਠ ਮਤ ਪਾਪਾਂ ਖਾਏ ਵਾਲੀ ਪੰਕਤੀ ਵਿੱਚ ਵੀ ਵੇਦ ਪਦ ਨਾਮ ਗੁਰਬਾਣੀ ਦਾ ਹੀ ਅਰਥ ਰੱਖਦਾ ਹੈ। ਪਾਪਾਂ ਦੀ ਦੁਰਮਤ ਮਤ ਨੂੰ ਖਾਣ ਵਾਲਾ, ਖਹਿ ਕਰਨ ਵਾਲਾ ਗੁਰਮਤ ਨਾਮ ਬਾਣੀ ਤੋਂ ਬਿਨਾਂ ਹੋਰ ਕਿਹੜਾ ਵੇਦ ਹੋ ਸਕਦਾ ਹੈ। ਦੁਰਮਤ ਪਾਪਾਂ ਨੂੰ ਨਾਸ ਕਰਨ ਦੀ ਸਮਰੱਥਾ ਕੇਵਲ ਗੁਰਮਤ ਨਾਮ ਅਭਿਆਸ ਅਤੇ ਗੁਰਬਾਣੀ ਦੇ ਪਾਠ ਕੀਰਤਨ ਵਿੱਚ ਹੀ ਹੈ। ਆਨਮਤੀ ਵੇਦਾਂ ਦੇ ਅਰਥ ਵਾਲਾ ਵੇਦ ਅਤੇ ਵੇਦ ਪਾਠੀ ਭਾਵ ਤੁਕ ਵੇਦ ਪਾਠ ਸੰਸਾਰ ਕੀ ਕਾਰ ਵਿੱਚ ਆਉਂਦਾ ਹੈ। ਇੱਥੇ ਵੇਦ ਪਾਠ ਤੋਂ ਮਤਲਬ ਆਨਮਤੀ ਵੇਦ ਦੇ ਪਾਠ ਤੋਂ ਹੈ, ਜੋ ਆਮ ਸੰਸਾਰੀਆਂ ਆਨਮਤੀਆਂ ਪੰਡਤਾਂ ਦੀ ਕਾਰ ਹੈ। ਆਨਮਤ ਵੇਦਾਂ ਦੇ ਪਾਠ ਵਾਲੀ ਕਾਰ ਸੰਸਾਰੀਆਂ ਆਮ ਅਨਮਤੀਆਂ ਦੀ ਹੈ। ਗੁਰਮਤ ਅਵਲੰਬੀ ਗੁਰਮੁਖਾਂ ਦਾ ਵਾਸਤਾ ਗੁਰਮਤ ਨਾਮ ਗੁਰਬਾਣੀ ਰੂਪੀ ਸੱਚੜੇ ਵੇਦ ਦੀ ਕਾਰ ਨਾਲ ਹੈ। ਵੇਦਾਂ ਨੂੰ ਪੜ੍ਹ ਵੇਦਾਂ ਦੇ ਪਾਠ ਕਰ ਪੰਡਿਤ ਲੋਕ ਬਥੇਰਾ ਹੰਬ ਹਾਰ ਥੱਕੇ ਹਨ। ਤਿਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਪਰਮਾਰਥ ਸੰਬੰਧੀ ਉੱਕਾ ਹੀ ਕੋਈ ਮਤਲਬ ਹੱਲ ਨਹੀਂ ਹੁੰਦਾ। ਸੱਚੜੇ ਵੇਦ ਨਾਮ ਗੁਰਬਾਣੀ ਨੂੰ ਬੁੱਝੇ ਬਿਨਾ ਸੰਸਾਰਕਾਰੀ ਵੇਦਾ ਕਰਮਾਚਾਰੀ ਪੰਡਿਤ ਪਏ ਖੁਆਰ ਹੁੰਦੇ ਫਿਰਦੇ ਹਨ। ਸੱਚੜੇ ਗੁਰਮਤ ਨਾਮ ਗੁਰਬਾਣੀ ਰੂਪੀ ਗੁਰੂ ਨਾਨਕ ਦੇ ਮਤੇ ਵਾਲੇ ਵੇਦਾਚਾਰੀ ਗੁਰਮੁਖ ਜਨ ਹੀ ਭਵਜਲ ਤੋਂ ਪਾਰ ਉਤਰਦੇ ਹਨ। ਨਹੀਂ ਤਾਂ ਆਨਮਤ ਵੇਦਾ ਕਰਮਾਚਾਰੀ ਭਵ ਸਾਗਰ ਅੰਦਰ ਵਿੱਚ ਵਿਚਾਲੇ ਹੀ ਭੰਬਲ ਭੂਸੇ ਖਾਂਦੇ ਫਿਰਦੇ ਹਨ। ਆਨਮਤੀ ਚੌਹਾਂ ਵੇਦਾਂ ਨਾਲੋਂ ਨਾਮ ਗੁਰਬਾਣੀ ਰੂਪੀ ਵੇਦ ਹੀ ਸਰਬੋਤਮ ਵੇਦ ਹੈ। ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀਂ, ਫਿਰੈ ਜਿਉ ਬੇਤਾਲਿਆ ਵਾਲੀ ਪੰਕਤੀ ਦਾ ਤਤ ਗੁਰਮਤ ਭਾਵ ਅਰਥ ਇਹ ਹੈ ਕਿ ਸਾਰੇ ਵੇਦਾਂ ਵਿੱਚੋਂ ਗੁਰਮਤ ਤਤਸਾਰ ਨਾਮ ਰੂਪੀ ਵੇਦ ਹੀ ਸਰਬੋਤਮ ਵੇਦ ਹੈ। ਤੇ ਸਰਬੋਤਮ ਵੇਦ ਨਾਮ ਦੀਖਿਆ ਗੁਰਬਾਣੀ ਦੀ ਸਿੱਖਿਆ ਨੂੰ ਤਾਂ ਆਮ ਮਨਮਤੀਏ ਅਤੇ ਆਨਮਤੀਏ ਸੁਣਦੇ ਹੀ ਨਹੀਂ, ਹੋਰਨਾਂ ਵੇਦਾਂ ਪਿੱਛੇ ਭੁੱਲਿਆਂ ਵਾਂਗੂ ਭੁੱਲੇ ਫਿਰਦੇ ਹਨ। ਸਤਿਗੁਰੂ ਨਾਨਕ ਨੇ ਜੋ ਨਵੀਨ ਵੇਦ ਨਾਮ ਰੂਪੀ ਪ੍ਰਕਾਸ਼ਿਤ ਅਤੇ ਪਰਚੁਰ ਕੀਤਾ ਹੈ, ਉਹ ਸਾਰੇ ਹੀ ਵੇਦਾਂ ਤੋਂ ਸਰਬੋਤਮ ਨੂਰ ਨਿਰੋਤਮੀ ਅਤੇ ਸ਼੍ਰੋਮਣੀ ਵੇਦ ਹੈ। ਇਸ ਸੱਚੜੇ ਵੇਦ ਨੂੰ ਛੱਡ ਕੇ ਭਰਮ ਭੁੱਲੀ ਲੁਕਾਈ ਹੋਰ ਵੇਦਾਂ ਵੱਲ ਦੌੜੀ ਅਤੇ ਭਮਤਰੀ ਫਿਰਦੀ ਹੈ, ਜੋ ਅਗਿਆਨ ਭਰੀ ਹੋਈ ਉਹਨਾਂ ਨੂੰ ਅਗਿਆਨ ਮਾਰਗ ਤੇ ਹੀ ਭਰਮਾਏਗੀ ਅਤੇ ਕਲਿਆਣ ਦਾ ਸੱਚਾ ਮਾਰਗ ਨਹੀਂ ਪ੍ਰਕਾਸ਼ੇਗੀ। ਸੱਚੜੇ ਵੇਦ ਨਾਮ ਗੁਰਬਾਣੀ ਦੀਆਂ ਕਮਾਈਆਂ ਕੀਤਿਆਂ ਹੀ ਸੱਚਾ ਗਿਆਨ ਪ੍ਰਚੰਡ ਪ੍ਰਕਾਸ਼ਿਤ ਹੁੰਦਾ ਹੈ। ਜਪ ਤਪ ਸੰਜਮ ਕਰਮ ਨ ਜਾਨਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚਾ ਸ਼ਬਦ ਨਿਬੇਰਾ। ਰਾਮ ਕਲੀ ਮਹਲਾ ਪਹਿਲਾ। ਭਾਵ ਸਰਬੋਤਮ ਕਰਮ ਕਰਨਹਾਰੇ ਗੁਰਮਤ ਨਾਮ ਅਭਿਆਸੀ ਜਨ ਜਪ ਤਪ ਸੰਜਮ ਆਦਿਕ ਆਨਮਤ ਕਰਮਾਂ ਨੂੰ ਸਿਆਣਦੇ ਨਹੀਂ, ਇੱਕੋ ਗੁਰਮਤ ਨਾਮ ਰੂਪੀ ਸਰਬੋਤਮ ਕਰਮ ਕਰਨ ਲਈ ਹੀ ਸਾਵਧਾਨ ਰਹਿੰਦੇ ਹਨ। ਇਸ ਸਰਬੋਤਮੀ ਗੁਰਮਤ ਨਾਮ ਅਭਿਆਸ ਦੀ ਕਮਾਈ ਕਰਨ ਕਰਕੇ ਪਾਰ ਬ੍ਰਹਮ ਪਰਮੇਸ਼ਰ ਦੇ ਸਦੀਵੀ ਮਿਲਾਪ ਅਤੇ ਦਰਸ਼ਨ ਭੇਟ ਦੀ ਦਾਤ ਇਲਾਹੀ ਤਿਨਾਂ ਨੂੰ ਪ੍ਰਾਪਤ ਹੁੰਦੀ ਹੈ। ਸੱਚੇ ਗੁਰ ਸ਼ਬਦ ਗੁਰ ਮੰਤਰ ਨਾਮ ਦੀ ਅਭਿਆਸ ਕਮਾਈ ਕੀਤਿਆਂ ਹੀ ਸੱਚ ਨਿਬੇੜਾ ਹੁੰਦਾ ਹੈ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰਿੰਗ ਪਾਣੀ। ਰਾਮ ਕਲੀ ਮਹਲਾ ਪਹਿਲਾ। ਭਾਵ ਗੁਰਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਲਈ ਗੁਰਮਤ ਨਾਮ ਗੁਰਬਾਣੀ ਹੀ ਨਾਦ ਹੈ, ਗੁਰਬਾਣੀ ਹੀ ਵੇਦ ਹੈ। ਨਾਦ ਵੇਦ ਸਭ ਕੁਝ ਗੁਰਬਾਣੀ ਹੀ ਗੁਰਬਾਣੀ ਅਤੇ ਨਾਮ ਹੀ ਨਾਮ ਹੈ। ਇਸ ਗੁਰਬਾਣੀ ਗੁਰਮਤ ਨਾਮ ਰੂਪੀ ਨਾਦ ਵੇਦ ਦੀ ਅਭਿਆਸ ਕਮਾਈ ਦੀ ਬਦੌਲਤ ਰੰਗ ਰਤੜਾ ਮਨ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦਾ ਹੈ। ਗੁਰਮਤ ਅੰਦਰ ਸਭ ਨਾਦ ਵੇਦ ਗੁਰਬਾਣੀ ਵਿੱਚ ਹੀ ਆ ਜਾਂਦੇ ਹਨ। ਸ੍ਰੀ ਜਪਜੀ ਸਾਹਿਬ ਦੀ 5ਵੀਂ ਪੌੜੀ ਵਿੱਚ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਪੰਕਤੀ ਦੇ ਇਹੀ ਅਰਥ ਹਨ। ਵਾਹਿਗੁਰੂ ਨਾਮ ਹੀ ਨਾਦ ਹੈ, ਵਾਹਿਗੁਰੂ ਨਾਮ ਹੀ ਵੇਦ ਹੈ ਅਤੇ ਸਾਰੇ ਵਾਹਿਗੁਰੂ ਹੀ ਸਮਾਏ ਰਿਹਾ ਹੈ। ਗੁਰਾਂ ਸਿਰ ਮੁਖੀ ਗੁਰੂ ਹੈ ਵਾਹਿਗੁਰੂ। ਤਾਂ ਤੇ ਗੁਰਮੁਖ ਪਦ ਦੇ ਗੁਰਮਤ ਤਤ ਅਰਥ ਵਾਹਿਗੁਰੂ ਦੇ ਹੀ ਹਨ। ਵਾਹਿਗੁਰੂ ਨਾਮ ਹੀ ਸਰਬੋਤਮ ਨਾਦ ਵੇਦ ਹੈ। ਵਾਹਿਗੁਰੂ ਨਾਮ ਦਾ ਅਭਿਆਸ ਕੀਤਿਆਂ ਹੋਰ ਕਿਸੇ ਆਨਮਤ ਵੇਦ ਦੇ ਪੜ੍ਹਨ ਕਮਾਵਣ ਦੀ ਲੋੜ ਨਹੀਂ ਰਹਿੰਦੀ। ਵਾਹਿਗੁਰੂ ਨਾਮ ਦੀ ਕਮਾਈ ਕਰਨ ਵਾਲਿਆਂ ਦੇ ਅੱਗੇ ਵੇਦਾਂ ਮੰਤਰਾਂ ਦੇ ਸ਼ਾਸਤਰਾਰਥੀ
ਤਤ ਸਾਰ ਰੁਲਦੇ ਫਿਰਦੇ ਹਨ, ਸੁਤੇ ਹੀ ਪ੍ਰਾਪਤ ਹਨ। ਉਹ ਵੇਦਾਂ ਆਦਿਕ ਦੀ ਹੋਰ ਆਨਮਤ ਪੜ੍ਹਾਈ ਵੱਲ ਰੁਚੀ ਨਹੀਂ ਦਿੰਦੇ। ਰਾਮਕਲੀ ਮਹੱਲਾ ਪੰਜਵਾਂ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ वेद विचार पंडित, मन का क्रोध निवार पंडित। रहाओ आज्ञा राख्यो सालिग राम, मन कीनो दह दिस बिसराम। तिलक चढ़ावै पाई पाए, लोक पचारा अंध कमाए। खट कर्मा और आसन धोती, भागठ ग्रह पढ़ै नित पोथी। माला फेरै मंगै विभूत, ए बिद कोय न तरयो मीत। सो पंडित गुर शब्द कमाए, त्रै गुण की ओस उतरी माए। चतुर वेद पूरन हर नाए, नानक तिस की शरणी पाए। ਤ੍ਰੈਗੁਣੀ ਵਿਦਿਆ ਦੇ ਪੰਡਿਤ ਲੋਕ ਵੇਦ ਪੁਰਾਣ ਸ਼ਾਸਤਰਾਂ ਨੂੰ ਮੁੱਖੋਂ ਤਾਂ ਅਰਥ ਲਾ ਲਾ ਕੇ ਪੜ੍ਹਦੇ ਹਨ, ਪਰ ਧਰਮ ਕਮਾਈਆਂ ਉਹਨਾਂ ਦੀਆਂ ਫੋਕਟ ਹੀ ਹਨ। ਉਹਨਾਂ ਦੇ ਹਿਰਦੇ ਅੰਦਰ ਰਾਮ ਵਸਦਾ ਹੀ ਨਹੀਂ, ਨਾ ਉਹਨਾਂ ਦੀ ਰਹਿਣੀ ਰਹਿਤ ਹੀ ਪੂਰਨ ਕ੍ਰਮੀਆਂ ਵਾਲੀ ਹੁੰਦੀ ਹੈ। ਤ੍ਰੈਗੁਣ ਵਿਦਿਆ ਨੂੰ ਪੜ੍ਹਨ ਵਿਚਾਰਨ ਹਾਰੇ ਤ੍ਰੈਗੁਣੀ ਕਰਮ ਹੀ ਕਮਾਉਂਦੇ ਹਨ। ਜਿਹੀ ਪੜ੍ਹਾਈ ਜਿਹੀ ਵਿਦਿਆ ਤੇਹਾ ਕਰਮ। ਜਿਹੜੇ ਕਰਮਾਂ ਦੇ ਕਰਨ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਕਰਮ ਕਰਨੇ ਦੜਾਉਂਦਾ ਹੈ, ਉਹ ਕਰਮ ਆਪ ਨਹੀਂ ਕਰਦਾ। ਲੋਕਾਂ ਪ੍ਰਤੀ ਆਪਣਾ ਉਪਦੇਸ਼ ਕਹਿਆ ਕਥਿਆ ਹੋਇਆ ਆਪ ਨਹੀਂ ਕਮਾਉਂਦਾ। ਕੈਸੀ ਅਧੋਗਤੀ ਵਾਲੀ ਗੱਲ ਹੈ। ਹੇ ਪੰਡਿਤ, ਵਿਚਾਰਨਾ ਹੈ ਤਾਂ ਨਾਮ ਰੂਪੀ ਸੱਚੜਾ ਵੇਦ ਵਿਚਾਰ ਅਤੇ ਵਿਚਾਰ ਕੇ ਕਮਾਈ ਕਰ, ਅਰਥਾਤ ਗੁਰਮਤਿ ਨਾਮ ਅਭਿਆਸ ਕਮਾਈ ਕਰ, ਤਾਂ ਤੇਰੇ ਮਨ ਦੇ ਕਾਮ ਕ੍ਰੋਧ ਆਦਿਕ ਵਿਸ਼ਿਆਂ ਵਾਲੀ ਬਲਾ ਦੂਰ ਹੋਵੇਗੀ। ਐਵੇਂ ਝੂਠੇ ਵੇਦ ਕੀ ਪੜ੍ਹਦਾ ਹੈ? ਇਹਨਾਂ ਵੇਦਾਂ ਸ਼ਾਸਤਰਾਂ ਦੀ ਪੜ੍ਹਾਈ ਸਭ ਨਿਸ਼ਫਲ ਹੈ। ਆਨਮਤ ਪੁਸਤਕਾਂ ਦੀ ਪੜ੍ਹਾਈ ਦਾ ਇਹ ਸਿੱਟਾ ਹੈ ਕਿ ਹੇ ਪੰਡਿਤ, ਤੂੰ ਆਪਣੇ ਅੱਗੇ ਤਾਂ ਵਿਸ਼ਨੂੰ ਦੀ ਮੂਰਤੀ ਵਾਲਾ ਪੱਥਰ ਸਾਲਗਰਾਮ ਪੂਜਾ ਵਾਸਤੇ ਰੱਖਦਾ ਹੈ, ਅਰਥਾਤ ਬੁੱਤ ਪੂਜਾ ਕਰਦਾ ਹੈ, ਤੇ ਮਨ ਤੇਰਾ ਦਸੀਂ ਪਾਸੀਂ ਭੌਂਦਾ ਫਿਰਦਾ ਹੈ। ਐਸੀ ਬੁੱਤ ਪ੍ਰਸਤੀ ਕੀਤਿਆਂ ਤੈਨੂੰ ਕੀ ਲਾਭ, ਜਿਸ ਤੇ ਤੇਰਾ ਮਨ ਹੀ ਨਹੀਂ ਟਿਕਦਾ। ਫੇਰ ਤੂੰ ਉਸ ਮੂਰਤੀ ਨੂੰ ਤਿਲਕ ਚੜਾਉਂਦਾ ਲਗਾਉਂਦਾ ਹੈ, ਉਸ ਨੂੰ ਵਿਸ਼ਨੂੰ ਸਮਝ ਕੇ, ਅਤੇ ਉਸ ਸਾਲਗਰਾਮ ਦੀ ਪੈਰੀਂ ਪੈਂਦਾ ਹੈ। ਬਸ ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ ਦੇ ਗੁਰਵਾਕ ਭਾਵ ਵਾਲੀ ਗਤੀ ਤੇਰੀ ਹੋਵੇਗੀ। ਤੇਰੀ ਸਾਰੀ ਘਾਲ ਅਜਾਈ ਜਾਏਗੀ। ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੈ ਸੇਵ। ਪੱਥਰ ਨੂੰ ਦੇਵਤਾ, ਨਿਰਜੀਓ ਨੂੰ ਸਰਜੀਓ ਸਮਝ ਕੇ ਪੂਜਾ ਕਰਨ ਵਾਲਿਆਂ ਦੀ ਪੂਜਾ ਸੇਵਾ ਸਭ ਬਿਰਥੀ ਹੀ ਜਾਵੇਗੀ। ਬਸ ਤੂੰ ਇਤਨੇ ਵੇਦ ਸ਼ਾਸਤਰ ਪੜ੍ਹ ਕੇ ਲੋਕਾਚਾਰੀ ਕਰਮ ਹੀ ਕਰਦਾ ਹੈ। ਇਹ ਸਭ ਅੰਧ ਕਮਾਈਆਂ ਵਾਲੇ ਕਰਮ ਹਨ, ਜਿਨ੍ਹਾਂ ਦੇ ਕਰਨ ਕਰ ਤੇਰਾ ਕੱਖ ਨਹੀਂ ਸੌਰੇਗਾ। ਬਸ ਅੰਧੀ ਕੰਮੀ ਅੰਧ ਸਜ਼ਾਏ ਮਿਲ ਕੇ ਹੀ ਰਹੇਗੀ। ਵੇਦ ਅਤੇ ਖਟ ਸ਼ਾਸਤਰ ਆਦਿਕ ਪੜ੍ਹ ਕੇ ਤੂੰ ਖਟ ਕਰਮ ਕਰਨ ਜੋਗਾ ਹੀ ਮਸਾਂ ਹੁੰਦਾ ਹੈ, ਅਤੇ ਯੋਗੀਆਂ ਵਾਲੇ ਆਸਣ ਜਮਾਉਣ ਜੋਗਾ ਅਤੇ ਨੇਤੀ ਧੋਤੀ ਨਿਉਲੀ ਕਰਮ ਕਮਾਉਣ ਜੋਗਾ ਹੀ ਬਣਦਾ ਹੈ। ਧਨੀ ਸ਼ਾਹੂਕਾਰਾਂ ਦੇ ਘਰ ਜਾ ਕੇ ਤੂੰ ਨਿਤ ਪੋਥੀਆਂ ਪੜ੍ਹ ਕੇ ਸੁਣਾਉਂਦਾ ਹੈ, ਕੇਵਲ ਟਕੇ ਬਟੋਰਨ ਲਈ। ਦਿਖਾਵੇ ਮਾਤਰ ਮਾਲਾ ਫੇਰਦਾ ਹੈ, ਸਿਰਫ ਇਸ ਲਈ ਕਿ ਇਸ ਪਖੰਡ ਕਰਮ ਨਾਲ ਧਨ ਰੂਪੀ ਵਿਭੂਤੀ ਮਿਲੂਗੀ। ਹੇ ਮਿੱਤਰ ਬ੍ਰਾਹਮਣ ਪੰਡਿਤ, ਇਉਂ ਦੁੱਤਰ ਸੰਸਾਰ ਸਾਗਰ ਨਹੀਂ ਤਰਿਆ ਜਾ ਸਕਦਾ। ਇਹ ਸਾਮਾਨ ਹੀ ਭਾਵ ਸਾਗਰ ਤਰਨ ਦੇ ਨਹੀਂ। ਅਸਲ ਸੱਚਾ ਪੰਡਿਤ ਸੋ ਹੈ ਜੋ ਸ਼ਬਦ ਨੂੰ ਕਮਾਉਂਦਾ ਹੈ। ਸੋ ਜੇ ਤੈਂ ਸੱਚਾ ਅਸਲ ਪੰਡਿਤ ਬਣਨਾ ਹੈ, ਤਾਂ ਸਤਿਗੁਰੂ ਦੇ ਦੁਆਰਿਓਂ ਗੁਰ ਦੀਖਿਆ ਲੈ ਕੇ ਗੁਰੂ ਕਾ ਸਿੱਖ ਸੇਵਕ ਬਣ ਕੇ ਸ਼ਬਦ ਗੁਰ ਮੰਤਰ ਦੀ ਕਮਾਈ ਕਰ, ਤਾਂ ਤ੍ਰੈਗੁਣੀ ਮਾਇਆ ਵਾਲੀ ਮੈਲ ਤੇਰੇ ਉੱਪਰੋਂ ਉਤਰੇਗੀ। ਵਾਹਿਗੁਰੂ ਨਾਮ ਦੀ ਕਮਾਈ ਚੌਹਾਂ ਹੀ ਸੰਪੂਰਨ ਵੇਦਾਂ ਦੀ ਕਰਮ ਕਮਾਈ ਤੋਂ ਵੱਧ ਸ੍ਰੇਸ਼ਟ ਹੈ। ਐਸੀ ਪੂਰਨ ਕਮਾਈ ਕਰਨ ਵਾਲਾ ਜੋ ਵੀ ਪੰਡਿਤ ਹੈ, ਉਸ ਦੇ ਅਸੀਂ ਪੈਰੀਂ ਪੈਂਦੇ ਹਾਂ। ਐਸੀ ਉਚਾਰਨੀ, ਐਸੀ ਫਰਮਾਉਣੀ ਗੁਰੂ ਨਾਨਕ ਸਾਹਿਬ ਜੀ ਉਚਰਦੇ ਅਤੇ ਫਰਮਾਉਂਦੇ ਹਨ। ਤਤ ਭਾਵ ਇਹ ਕਿ ਗੁਰਮਤ ਨਾਮ ਅਭਿਆਸ ਕਮਾਈ ਦੇ ਤੁਲ ਕਿਸੇ ਕਰਮ ਦਾ ਫਲ ਨਹੀਂ ਪੁੱਜਦਾ ਤੁਲਦਾ, ਬਲਕਿ ਸਮੁੱਚੇ ਹੀ ਆਨਮਤ ਕਰਮਾਂ ਦਾ ਫਲ ਵੀ ਗੁਰਮਤ ਨਾਮ ਅਭਿਆਸ ਕਮਾਈ ਦੇ ਸਾਹਮਣੇ ਐਵੇਂ ਤਸੂ ਭਰ ਪਸੰਗ ਮਾਤਰ ਹੀ ਹੈ। ਸਭ ਤੇ ਊਤਮ ਇਹ ਕਰਮ
सगल धर्म में श्रेष्ठ धर्म, हर सिमरन तेरा होए उधार। जन्म जन्म का उतरै भार, पूरन तेरी होवै आस। जम की कटिया तेरी फास, गुर का उपदेश सुनीजै। नानक सुख सहज समीजै। रामकली महला पंजवां। ਭਾਵ ਸਾਰੇ ਕਰਮਾਂ ਤੋਂ ਸਰਬੋਤਮ ਕਰਮ ਇਹ ਹੈ ਅਤੇ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਕੇਵਲ ਗੁਰਮਤਿ ਨਾਮ ਦਾ ਸਿਮਰਨ ਕੀਤਾ ਜਾਵੇ। ਬਸ ਸਿਮਰਨ ਰੂਪੀ ਸਰਬੋਤਮ ਕਰਮ ਕਰਨ ਕਰਕੇ ਹੀ ਹਰੇਕ ਪ੍ਰਾਣੀ ਦਾ ਉਧਾਰ ਹੁੰਦਾ ਹੈ ਅਤੇ ਜਨਮ ਜਨਮ ਦੇ ਕਮਾਤੇ ਪਾਪ ਕਰਮਾਂ ਦਾ ਭਾਰ ਵੀ ਉਤਰ ਜਾਂਦਾ ਹੈ। ਸਿਮਰਨ ਕਰਨ ਹਾਰੇ ਅਭਿਆਸੀ ਜਨ ਦੀ ਸਗਲ ਆਸ ਪੂਰਨ ਹੋ ਜਾਂਦੀ ਹੈ ਅਤੇ ਜਮ ਦੀ ਫਾਸ ਵੀ ਕੱਟੀ ਜਾਂਦੀ ਹੈ। ਸਤਿਗੁਰੂ ਦੀਖਿਆ ਮਈ ਸੱਚੜਾ ਉਪਦੇਸ਼ ਐਸੀ ਸੁਣਨੀ ਸੁਣੀਏ ਕਿ ਉਸ ਉਪਦੇਸ਼ ਉੱਤੇ ਤਤਪਰ ਹੋ ਕੇ ਗੁਰਮਤਿ ਨਾਮ ਗੁਰਮੰਤਰ ਦੀਆਂ ਅਤੁੱਟ ਕਮਾਈਆਂ ਕਰੀਏ। ਇਉਂ ਕਰਕੇ ਗੁਰੂ ਨਾਨਕ ਦੇ ਦਰਸਾਏ ਸੁਖ ਸਹਿਜ ਆਨੰਦ ਵਿੱਚ ਸਮਾ ਜਾਈਦਾ ਹੈ। ਅਗਲੇ ਗੁਰਪ੍ਰਮਾਣ ਅੰਦਰ ਸਾਰੇ ਯੁਗਾਂ ਦੇ ਕਰਮਾਂ ਨਾਲੋਂ ਕਲਯੁਗ ਦੇ ਇੱਕੋ ਕਰਮ ਗੁਰਮਤਿ ਸਿਫਤ ਸਲਾਹੀ ਦੀ ਵਡਿਆਈ ਤੇ ਸ੍ਰੇਸ਼ਟਾਈ ਨਿਰੂਪਣ ਕੀਤੀ ਗਈ ਹੈ। ਯਥਾ ਆਖ ਗੁਣਾ ਕਲ ਆਈਐ, ਤਿਹ ਜੁਗ ਕੇਰਾ ਰਹਾ ਤਪਾਵਸ। ਜੇ ਗੁਣ ਦੇਹ ਤਾਂ ਪਾਈਐ। ਰਹਾਉ ਕਲ ਕਲ ਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸ਼ਨਾ ਹੋਆ। ਬਾਣੀ ਬ੍ਰਹਮਾ ਵੇਦ ਅਥਰਬਣ, ਕਰਣੀ ਕੀਰਤ ਲਹਿਆ। ਪਤ ਵਿਣ ਪੂਜਾ ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ। ਨਾਵੋ ਧੋਵੋ ਤਿਲਕ ਚੜਾਵੋ, ਸੁਚ ਵਿਣ ਸੋਚ ਨ ਹੋਈ। ਕਲ ਪਰਵਾਣ ਕਤੇਬ ਕੁਰਾਨ, ਪੋਥੀ ਪੰਡਿਤ ਰਹੇ ਪੁਰਾਣ। ਨਾਨਕ ਨਾਉ ਭਇਆ ਰਹਿਮਾਨ, ਕਰ ਕਰਤਾ ਤੂੰ ਏਕੋ ਜਾਣ। ਨਾਨਕ ਨਾਮ ਮਿਲੈ ਵਡਿਆਈ, ਏਦੂ ਉੱਪਰ ਧਰਮ ਨਹੀਂ। ਜੇ ਘਰ ਹੁੰਦਾ ਮੰਗਣ ਜਾਈਐ, ਫਿਰ ਉਲਾਮਾ ਮਿਲੈ ਤਹੀਂ। ਵਿਆਖਿਆ। ਹੇ ਭਾਈ, ਤੂੰ ਹਰ ਜਸ ਭਾਖ ਤੇ ਗੁਰਮਤਿ ਗੁਣਾਂ ਨੂੰ ਆਖ, ਅਰਥਾਤ ਗੁਰਬਾਣੀ ਨੂੰ ਵਖਾਣ, ਕਿਉਂਕਿ ਕਲਯੁਗ ਦੀ ਰਾਤ ਆਈ ਹੈ। ਇਸ ਕਲੀ ਕਾਲ ਵਿਖੇ ਹੋਰ ਕਰਮ ਕੀਤਾ ਕੋਈ ਵੀ ਕਾਰਗਰ ਸਫਲਾ ਨਹੀਂ ਹੁੰਦਾ। ਤਿਹਾਂ ਪਿਛਲੇ ਯੁਗਾਂ ਦੇ ਕਰਮਾਂ ਦਾ ਫਲ ਹੁਣ ਫਲੀਭੂਤ ਨਹੀਂ ਹੁੰਦਾ, ਸਫਲਾ ਨਹੀਂ ਹੁੰਦਾ, ਸਫਲਾ ਹੋਣੋਂ ਰਹਿ ਖੜੋਤਾ। ਕਲਯੁਗ ਦੀ ਕਲਾ ਕਲੇਸ਼ ਵਾਲੀ ਮੁਸਲਮਾਨੀ ਸ਼ਰ੍ਹਾ ਦਾ ਨਿਆਂ ਨਿਬੜਨੋਂ ਵੀ ਰਹਿ ਖੜੋਤਾ। ਕੇਵਲ ਨਿਆਂ ਨਿਬੇੜਨ ਹਾਰੀ ਹਕੂਮਤ ਦੀ ਹੀ ਤਬਦੀਲੀ ਹੋਈ ਹੈ। ਅੱਗੇ ਹਿੰਦਵਾਣੀ ਕ੍ਰਿਸ਼ਨ ਉਦੇਸ਼ਣੀ ਹਕੂਮਤ ਸੀ, ਹੁਣ ਕਾਜ਼ੀਆਂ ਮੁਲਾਣਿਆਂ ਦੀ ਹਕੂਮਤ। ਇਹ ਦੋਈ ਹਕੂਮਤਾਂ ਨਿਆਂ ਖੁਣੋਂ ਰਹਿ ਖੜੋਤੀਆਂ ਹਨ। ਕਦੇ ਨਹੀਂ ਸੱਚੜਾ ਨਿਆਂ ਨਿਬੇੜਨ ਜੋਗੀਆਂ ਹੋਣਗੀਆਂ, ਤੋੜ ਨਹੀਂ ਨਿਭਣਗੀਆਂ। ਬ੍ਰਹਮਾ ਦਾ ਉਚਾਰਿਆ ਹੋਇਆ ਵੇਦ ਅਥਰਬਣ ਅਤੇ ਮੁਸਲਮਾਨੀ ਮਤ ਦੀ ਕਤੇਬ ਕੁਰਾਨ ਦਾ ਨਿਆਂ ਨਿਬੇੜ ਭਾਵ ਕੁਭਾਵ ਇਕਸਰ ਹੀ ਅਨਿਆਂ ਉੱਤੇ ਨਿਰਭਰ ਹੈ। ਬਸ ਕਲਯੁਗ ਅੰਦਰ ਕਰਨੀ ਕੀਰਤ ਹੀ ਪ੍ਰਵਾਨ ਅਤੇ ਪ੍ਰਧਾਨ ਰਹੇਗੀ। ਗੁਰਮਤਿ ਸਿਫਤ ਸਲਾਹ ਨਾਮ ਅਭਿਆਸ ਕਰਮ ਹੀ ਮੰਨਿਆ ਦੰਨਿਆ ਸਰਬੋਤਮ ਕਰਮ ਅਸਥਿਰ ਰਹੇਗਾ। ਇਸੇ ਕਰਮ ਦੇ ਕੀਤਿਆਂ ਹੀ ਕਲਯੁਗੀ ਜੀਵਾਂ ਦਾ ਉਧਾਰ ਹੋਵੇਗਾ। ਹਿੰਦੂਆਂ ਦੇ ਕਰਮ ਪੂਜਾ ਸੰਜਮ ਇੰਦਰੀਆਂ ਨੂੰ ਰੋਕਣਾ ਜਤ ਸਤ ਤੀਰਥ ਆਦਿ ਸਭ ਬਾਦ ਹੀ ਜਾਣਗੇ, ਕਿਸੇ ਲੇਖੇ ਨਹੀਂ ਲੱਗਣਗੇ। ਪਤ ਪ੍ਰਤੀਤ ਬਿਨਾ ਪੂਜਾ ਹਿੰਦੂਆਂ ਦੀ ਕਿਸੇ ਕੰਮ ਦੀ ਨਹੀਂ ਅਤੇ ਸਤ ਰੱਖੇ ਬਿਨਾ ਹਿੰਦੂਆਂ ਦਾ ਸੰਜਮੀ ਕਰਮ ਵੀ ਨੇਪਰੇ ਨਹੀਂ ਚੜ੍ਹਦਾ। ਯੱਗਿਓਪਵੀਤ ਜਨੇਊ ਰੱਖਣਾ ਵੀ ਹਿੰਦੂਆਂ ਦਾ ਪਖੰਡ ਕਰਮ ਕਿਸ ਲੇਖੇ ਹੈ ਬਿਨਾ ਜਤ ਰੱਖੇ ਦੇ। ਹਿੰਦੂਆਂ ਦੇ ਨਹਾਉਣ ਧੋਣ ਤਿਲਕ ਲਗਾਉਣ ਦੇ ਕਰਮ ਸਭ ਫਾਦਲ ਬਾਦ ਫਜ਼ੂਲ ਹੀ ਹਨ। ਸੱਚ ਬਿਨਾ ਸੋਚ ਸੁਚਮਤਾ ਨਹੀਂ ਨਿਭਦੀ। ਕਲਯੁਗ ਵਿਖੇ ਜੋ ਕੁਰਾਨ ਕਤੇਬੀ ਮੁਸਲਿਮ ਕਰਮ ਪ੍ਰਚਲਿਤ ਹੋ ਚੱਲਿਆ ਹੈ, ਜਿਸ ਕਰਕੇ ਪੰਡਤਾਂ ਦਾ ਪੋਥੀਆਂ ਆਦਿ ਦੁਆਰਾ ਉਪਦੇਸ਼ਿਆ ਕਰਮ ਰਹਿ ਖੜੋਤਾ ਹੈ, ਇਹ ਵੀ 4 ਦਿਨ ਦਾ ਹੀ ਪ੍ਰਾਹੁਣਾ ਹੈ। ਪਰ ਫਰਕ ਇਤਨਾ ਹੀ ਪਿਆ ਹੈ ਕਿ ਹਿੰਦੂਆਂ ਦੇ ਰਾਮ ਦੇ ਥਾਂ ਰਹੀਮ ਦਾ ਨਾਮ ਪ੍ਰਸਿੱਧ ਹੋ ਗਿਆ ਹੈ। ਕਾਰਨ ਕਰਨ ਕਰੀਮ ਅਤੇ ਕਰਤਾ ਪੁਰਖ ਵਾਸਤਵ ਵਿੱਚ ਹੈ ਇੱਕੋ ਹੀ, ਪਰ ਇੱਥੇ ਇਸ ਕਲਯੁਗ ਵਿਖੇ ਕਿਰਤਮ ਨਾਮਾਂ ਦੀ ਕੁਛ ਨਹੀਂ ਚਲਦੀ। ਇੱਕੋ ਸਤਨਾਮ ਦੀ ਹੀ ਵਡਿਆਈ ਹੈ। ਓੜਕ ਗੁਰੂ ਨਾਨਕ ਸਾਹਿਬ ਇਉਂ ਅਤੇ ਇਹ ਸਿੱਟਾ ਕੱਢਦੇ ਹਨ ਕਿ ਨਾਮ ਦੀ ਸਿਫਤ ਸਲਾਹ ਕਰਨ ਦੀ ਵਡਿਆਈ ਵਿਸ਼ੇਸ਼ਤਾ ਜੋ ਧੁਰੋਂ ਗੁਰੂ ਨਾਨਕ ਦੇ ਘਰ ਨੂੰ ਮਿਲੀ ਹੈ, ਇਦੋਂ ਉੱਪਰ
ਹੋਰ ਕੋਈ ਕਰਮ ਨਹੀਂ। ਬਸ ਸਭ ਤੋਂ ਸਰਬੋਤਮ ਕਰਮ ਸਿਫਤ ਸਲਾਹ ਨਾਮ ਗੁਰਮਤਿ ਨਾਮ ਅਭਿਆਸ ਕਮਾਈ ਹੀ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ। ਇਹੋ ਸਿਫਤ ਸਲਾਹੀ ਕਰਮ ਹੀ ਇੱਥੇ ਉੱਥੇ ਲੋਕ ਪਰਲੋਕ ਵਿਖੇ ਸਫਲ ਫਲ ਪ੍ਰਦਾਤਾ ਰਹੇਗਾ। ਗੁਰੂ ਘਰ ਵਿਖੇ ਇਹ ਸਤਨਾਮ ਪਦਾਰਥ ਹੈ। ਜੇ ਗੁਰੂ ਘਰ ਦੇ ਸ਼ਰਧਾਲੂ ਇਸ ਪਦਾਰਥ ਨੂੰ ਗੁਰੂ ਘਰੋਂ ਲੱਭਣ ਦੀ ਥਾਂ ਬਾਹਰੋਂ ਲੱਭਦੇ ਫਿਰਨ, ਉਹਨਾਂ ਨੇ ਧੁਰ ਦਰਗਾਹੇ ਜਾ ਕੇ ਉਲਾਮੇ ਹੀ ਖੱਟਣੇ ਹਨ। ਰਾਮ ਕਲੀ ਮਹੱਲਾ ਪਹਿਲਾ। ਹਠ ਨਿਗਰਹ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਭੀਜੈ। ਰਾਮ ਨਾਮ ਸਰ ਅਵਰ ਨ ਪੂਜੈ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਜੰਦਾਰ ਜੋ ਹਿ ਨਹੀਂ ਸਾਕੈ, ਸਰਪਨ ਡਸ ਨ ਸਕੈ ਹਰ ਕਾ ਰਸ ਪੀਜੈ। ਰਹਾਓ। ਵਾਦ ਪੜ੍ਹੈ ਰਾਗੀ ਜਗ ਭੀਜੈ, ਤ੍ਰੈ ਗੁਣ ਬਿਖਿਆ ਜਨਮ ਮਰੀਜੈ। ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸਿੰਘਾਸਨ ਭੀਜੈ। ਨਿਉਲੀ ਕਰਮ ਖਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਨ ਕਿਉ ਧੀਰਜ ਧੀਜੈ, ਅੰਤਰ ਚੋਰ ਕਿਉ ਸਾਧ ਲਹੀਜੈ। ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਪਰਮੀਜੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ ਕਾ ਕੋ ਦੀਜੈ। ਅੰਨ ਨਾ ਖਾਹੇ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੈ ਜਨਮ ਮਰੀਜੈ, ਸਤਿਗੁਰ ਪੂਛ ਸੰਗਤ ਜਨ ਕੀਜੈ। ਮਨ ਹਰ ਰਾਚੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕੀਜੈ। ਉਂਦਰ ਦੂੰਦਰ ਪਾਸ ਧਰੀਜੈ, ਧੁਰ ਕੀ ਸੇਵਾ ਰਾਮ ਰਵੀਜੈ। ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ। ਵਿਆਖਿਆ। ਹਠ ਯੋਗ ਕੀਤਿਆਂ ਅਤੇ ਇੰਦਰੀਆਂ ਨੂੰ ਦਮਨ ਦੀ ਕਿਰਿਆ ਕੀਤਿਆਂ ਕੇਵਲ ਕਾਇਆ ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਜਿਸ ਕਰਕੇ ਕਾਇਆ ਛਿਜਦੀ ਬੋਧੀ ਅਤੇ ਨਿਕਾਰੀ ਹੋ ਜਾਂਦੀ ਹੈ। ਹੋਰ ਹਠ ਨਿਗ੍ਰਹਿ ਕਰਮ ਕੀਤਿਆਂ ਕੋਈ ਲਾਭ ਨਹੀਂ ਹੁੰਦਾ। ਵਰਤਾਂ ਤੇ ਤਪਾਂ ਦੇ ਸਾਧਿਆਂ ਮਨ ਨਹੀਂ ਭਿੱਜਦਾ। ਇਹਨਾਂ ਹਠ ਕਰਮਾਂ ਵਿੱਚੋਂ ਕੋਈ ਕਰਮ ਵੀ ਨਾਮ ਸਿਮਰਨ ਦੇ ਬਰਾਬਰ ਨਹੀਂ ਪੁੱਜਦਾ। ਤਾਂ ਤੇ ਨਾਮ ਸਿਮਰਨ ਰੂਪੀ ਕਰਮ ਦ੍ਰਿੜ ਕਰਾਉਣ ਲਈ ਗੁਰ ਸਤਿਗੁਰ ਦਾ ਸਿੱਖ ਬਣ ਕੇ ਸੰਗਤਾਂ ਦੀ ਸੇਵਾ ਅਤੇ ਨਾਮ ਜਪਣ ਵਾਲੇ ਗੁਰਮੁਖ ਜਨਾਂ ਦਾ ਸੰਗ ਕਰਨਾ ਅਤ ਜ਼ਰੂਰੀ ਹੈ। ਇਸ ਬਿਧ ਗੁਰੂ ਦੁਆਰਿਓਂ ਮਿਲੀ ਗੁਰ ਦੀਖਿਆ ਗੁਰ ਮੰਤਰ ਨੂੰ ਅਭਿਆਸ ਦੁਆਰਾ ਕਮਾ ਕੇ ਹਰ ਦਮ ਹਰ ਰਸ ਪੀਣ ਵਾਲਾ ਹੋ ਜਾਈਦਾ ਹੈ, ਜਿਸ ਕਰਕੇ ਡੰਡ ਦੇਣ ਵਾਲਾ ਜਮ ਜੋ ਨਹੀਂ ਸਕੇਗਾ ਅਤੇ ਮਾਇਆ ਰੂਪ ਸਰਪਨੀ ਡੰਗ ਨਹੀਂ ਮਾਰ ਸਕੇਗੀ। ਰਹਾਓ। ਬਾਦ ਵਿਵਾਦੀ ਝਗੜਿਆਂ ਵਾਲੀ ਵੇਦ ਸ਼ਾਸਤਰ ਦੀ ਥੋਥੀ ਪੜ੍ਹਾਈ ਪੜ੍ਹਿਆਂ ਅਤੇ ਨਿਰੇ ਰਾਗ ਵਿਦਿਆ ਵਾਲੇ ਫੋਕੇ ਅਤੇ ਕੱਚੇ ਪਿੱਲੇ ਰਾਗਾਂ ਨੂੰ ਗਾਇਨ ਕੀਤਿਆਂ ਪਰਮਾਤਮਾ ਨਹੀਂ ਭਿੱਜਦਾ। ਤ੍ਰੈਗੁਣੀ ਬਿਖ ਮਾਇਆ ਧੰਦਬੰਦੀ ਕਰਮਾਂ ਦੇ ਕੀਤਿਆਂ ਜੰਮਣ ਮਰਨ ਆਵਾ ਗਾਉਣ ਦੇ ਗੇੜ ਵਿੱਚ ਪੈ ਜਾਈਦਾ ਹੈ ਅਤੇ ਅਵਸ਼ ਪੈ ਜਾਈਦਾ ਹੈ। ਹਰ ਹਾਲਤ ਵਿੱਚ ਇਹਨਾਂ ਕਰਮਾਂ ਦੇ ਕੀਤਿਆਂ ਬਿਨਾਂ ਨਾਮ ਦੇ ਲੀਤਿਆਂ ਦੁੱਖ ਹੀ ਦੁੱਖ ਸਹਿਣੇ ਪੈਂਦੇ ਹਨ। ਜੋਗੀ ਜਨ ਜੋ ਹਠ ਯੋਗ ਸਾਧਨਾ ਕਰਕੇ ਨਾਮ ਅਭਿਆਸੀ ਸਵਾਸਾਂ ਬਿਨਾਂ ਸੁੱਕੀ ਪਾਉਣ ਦਸਵੇਂ ਦੁਆਰ ਚਾੜ ਕੇ ਕਹਿੰਦੇ ਹਨ ਕਿ ਸਾਡਾ ਦਸਮ ਦੁਆਰੀ ਸਿੰਘਾਸਣ ਭਿੱਜ ਜਾਂਦਾ ਹੈ। ਨਿਉਲੀ ਕਰਮ ਕਾਂਡੀ ਜੋ ਇਤਨੇ ਕਰਮ ਕਮਾਉਂਦੇ ਹਨ ਸੋ ਐਵੇਂ ਹੀ ਬਫਾਉਂਦੇ ਹਨ। ਨਾਮ ਤੋਂ ਬਿਨਾਂ ਇਹਨਾਂ ਦੇ ਜਿਤਨੇ ਹੀ ਸਵਾਸ ਹਨ ਸੋ ਬਿਰਥੇ ਹੀ ਜਾਂਦੇ ਹਨ। ਨਾਮ ਸੰਗ ਸਵਾਸ ਲਿਆ ਅਰਥਾਤ ਸਵਾਸ ਨਾਮ ਦਾ ਅਭਿਆਸ ਕੀਤਾ ਹੀ ਲੇਖੇ ਪੈਂਦਾ ਹੈ, ਨਹੀਂ ਤਾਂ ਸਭ ਪਵਨ ਸਿੰਘਾਸਨੀ ਸਵਾਸ ਬਿਰਥੇ ਹਨ। ਜਿਨ੍ਹਾਂ ਦੇ ਅੰਦਰ ਪੰਜਾਂ ਦੂਤਾਂ ਕਾਮ ਕ੍ਰੋਧ ਆਦਿਕ ਦੀ ਅਗਨੀ ਮਚੀ ਰਹਿੰਦੀ ਹੈ, ਉਹਨਾਂ ਨੂੰ ਕਦੇ ਧੀਰਜ ਟੇਕ ਨਹੀਂ ਆਉਂਦੀ, ਸਦਾ ਬੇਚੈਨੀ ਹੀ ਰਹਿੰਦੀ ਹੈ। ਉਤਲੇ ਕਰਮਾਂ ਦੇ ਕੀਤਿਆਂ ਵੀ ਇਹ ਬੇਚੈਨੀ ਨਹੀਂ ਮਿਟਦੀ। ਜਿਨ੍ਹਾਂ ਦੇ ਅੰਦਰ ਇਹ ਚੋਰ ਬਸਦੇ ਹਨ, ਤਿਨਾਂ ਦੇ ਉਤਲੇ ਕਰਮ ਕੀਤਿਆਂ ਦਾ ਕੀ ਸਵਾਦ ਤੇ ਕੀ ਫਾਇਦਾ ਹੈ। ਗੁਰਮੁਖ ਹੋ ਕੇ ਅਤੇ ਗੁਰਮੁਖਾਂ ਵਾਲੀ ਕਾਰ ਕਮਾ ਕੇ ਹੀ ਕਾਇਆ ਰੂਪੀ ਕਿਲੇ ਉੱਤੇ ਹਾਵੀ ਹੋਈਦਾ ਹੈ। ਮਨ ਅੰਦਰ ਮੈਲ ਹੋਵੇ ਅਤੇ ਤੀਰਥਾਂ ਉੱਤੇ ਭਰਮਿਆ ਜਾਵੇ, ਇਹ ਤੀਰਥਾਂ ਤੇ ਭਰਮਣ ਵਾਲੀ ਕਾਰ ਆਕਾਰ ਅਤੇ ਬਿਰਥੀ ਹੀ ਹੈ। ਜੇ ਮਨ ਸੁੱਚਾ ਨਹੀਂ ਹੋਇਆ ਅਤੇ ਝੂਠਾ ਹੀ ਰਿਹਾ ਤਾਂ ਤੀਰਥ ਮਜਨੀ ਇਸ਼ਨਾਨ ਕੀਤੇ ਨਾ ਕੀਤੇ ਬਰਾਬਰ ਹੀ ਹਨ ਅਤੇ ਸਾਰੀਆਂ ਸੁਚਮਤਾਈਆਂ ਕੀਤੀਆਂ ਬਿਰਥੀਆਂ ਹੀ ਹਨ।
ਜੇ ਮਨ ਝੂਠਾ ਹੀ ਰਿਹਾ, ਸੁੱਚਾ ਨਾ ਹੋਇਆ, ਉਸ ਦੇ ਕਿਰਤ ਕਰਮਾਂ ਵਿੱਚ ਐਸਾ ਹੀ ਲੇਖ ਲਿਖਿਆ ਪਿਆ ਸੀ, ਤਾਂ ਤੇ ਦੋਸ਼ ਉਸ ਦੇ ਕਰਮਾਂ ਨੂੰ ਹੈ, ਹੋਰ ਕਿਹਨੂੰ ਹੋਵੇ। ਪਰ ਜਿਹੜੇ ਅੰਨ ਨਹੀਂ ਖਾਂਦੇ, ਉਹ ਐਵੇਂ ਹੀ ਦੇਹੀ ਨੂੰ ਦੁੱਖ ਦਿੰਦੇ ਹਨ। ਇਉਂ ਕੀ ਬਣਦਾ ਹੈ, ਕੁਝ ਪ੍ਰਾਪਤ ਨਹੀਂ ਹੁੰਦਾ। ਗੁਰ ਗਿਆਨ ਪ੍ਰਾਪਤ ਹੋਏ ਬਿਨਾਂ ਤ੍ਰਿਪਤੀ ਕਿਤੇ ਨਹੀਂ ਆਉਂਦੀ। ਜੇ ਕਿਸੇ ਕਰਮ ਦੇ ਕੀਤਿਆਂ ਤ੍ਰਿਪਤ ਤੇ ਸੰਤੁਸ਼ਟ ਹੋਈਦਾ ਵੀ ਹੈ, ਤਾਂ ਗੁਰ ਗਿਆਨ ਕਮਾਇਆ ਹੀ ਹੋਈਦਾ ਹੈ। ਗੁਰਮਤਿ ਨਾਮ ਅਭਿਆਸ ਕਮਾਈ ਹੀ ਗੁਰ ਗਿਆਨ ਕਮਾਈ ਹੈ। ਜੋ ਨਰ ਗੁਰੂ ਹੀਣੇ ਨਿਗੁਰੇ ਮਨਮੁਖ ਹਨ, ਸੋ ਸਭੇ ਇੱਕ ਦੂ ਵਾਢਿਓ ਹੀ 84 ਦੇ ਗੇੜ ਪੈਣਗੇ, ਜੰਮਣਗੇ ਅਤੇ ਮੁੜ ਜੰਮ ਕੇ ਫੇਰ ਮਰਨਗੇ ਤੇ ਮੁੜ ਫੇਰ ਜੰਮਣਗੇ। ਇਹ ਪਤਾ ਨਹੀਂ ਕਿਹੜੀਆਂ ਜੂਨੀਆਂ ਵਿੱਚ ਪੈਣਗੇ। ਜੋ ਜਨ ਸਤਿਗੁਰੂ ਦੁਆਰਿਓਂ ਗੁਰ ਦੀਖਿਆ ਲੈਂਦੇ ਹਨ ਅਤੇ ਦੀਖਿਆ ਲੈ ਕੇ ਗੁਰ ਸ਼ਬਦ ਦੀ ਕਮਾਈ ਕਰਦੇ ਹਨ ਅਤੇ ਗੁਰਮਤਿ ਨਾਮ ਅਭਿਆਸੀ ਜਨਾਂ ਦੀ ਸੰਗਤ ਕਰਦੇ ਹਨ, ਉਹਨਾਂ ਦੇ ਮਨ ਹਰੀ ਦੇ ਰੰਗਾਂ ਵਿੱਚ ਰਚ ਜਾਂਦੇ ਹਨ। ਉਹ ਫੇਰ ਜੰਮਣ ਮਰਨ ਵਿੱਚ ਨਹੀਂ ਆਉਂਦੇ। ਉਹਨਾਂ ਦਾ ਆਵਾ ਗਾਉਣ ਦਾ ਗੇੜ ਮੁੱਕ ਜਾਂਦਾ ਹੈ। ਉਹ ਨਾਮ ਅਭਿਆਸ ਬਿਨਾਂ ਹੋਰ ਕੋਈ ਕਰਮ ਕਰਦੇ ਨਹੀਂ। ਵਾਕਈ ਹੋਰ ਕੋਈ ਕਰਮ ਵੀ ਕਰਨੇ ਯੋਗ ਨਹੀਂ। ਨਾਮ ਬਿਨਾਂ ਹੋਰ ਸਭ ਕਰਮ ਰਸਾਤਲ ਵਿੱਚ ਹੀ ਲੈ ਜਾਣ ਵਾਲੇ ਹਨ। ਅੰਦਰ ਊਧਮ ਮਚਾਉਣ ਵਾਲੇ ਅਤੇ ਧੁੰਦ ਰੌਲਾ ਪਾਉਣ ਵਾਲੇ ਭੈੜੇ ਖਿਆਲਾਂ ਨੂੰ ਇੱਕ ਪਾਸੇ ਕੀਤਾ ਜਾਵੇ, ਅਰਥਾਤ ਦੂਰ ਕੀਤਾ ਜਾਵੇ। ਬਸ ਧੁਰ ਕੀ ਸੇਵਾ, ਧੁਰ ਹੁਕਮ ਰਜ਼ਾਈ ਸੇਵਾ, ਕੇਵਲ ਨਾਮ ਸਿਮਰਨ ਹੀ ਕੀਤਾ ਜਾਵੇ। ਇਹੀ ਕਰਨੀ ਸਾਰ ਹੈ। ਇਹੀ ਕਰਮ ਸਭਨਾ ਕਰਮਾਂ ਤੋਂ ਪਵਿੱਤਰ ਹੈ ਅਤੇ ਪਰਮ ਪੁਨੀਤ ਅਤੇ ਪਾਰ ਜੀਤ ਹੈ। ਇਸ ਦੇ ਮੁਕਾਬਲੇ ਤੇ ਹੋਰ ਕਰਮ ਕੀਤੇ ਸਭ ਤੁੱਛ ਹੀ ਹਨ। ਰਾਮਕਲੀ ਮਹੱਲਾ ਪਹਿਲਾ। ਅੰਤਰ ਉਤਭੁਜ ਅਵਰ ਨ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ। ਜੁਗਾਂ ਜੁਗੰਤਰ ਸਾਹਿਬ ਸੱਚ ਸੋਈ, ਉਤਪਤ ਪਰਲੋ ਅਵਰ ਨ ਕੋਈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੈ ਨਾਮ ਨ ਲੱਗੈ ਜਮ ਤੀਰ। ਰਹਾਓ। ਨਾਮ ਰਤਨ ਹੀਰਾ ਨਿਰਮੋਲ, ਸਾਚਾ ਸਾਹਿਬ ਅਮਰ ਅਤੋਲ। ਜਿਹਵਾ ਸੂਚੀ ਸਾਚਾ ਬੋਲ, ਘਰ ਦਰ ਸਾਚਾ ਨਾਹੀ ਰੋਲ। ਇਕ ਬਨ ਮੈਂ ਬੈਸੈਂ ਡੂੰਗਰ ਅਸਥਾਨ, ਨਾਮ ਬਿਸਾਰ ਪਚੈ ਅਭਿਮਾਨ। ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਹਠ ਅਹੰਕਾਰ ਕਰੈ ਨਹੀਂ ਪਾਵੈ, ਪਾਠ ਪੜ੍ਹੈ ਲੈ ਲੋਕ ਸੁਣਾਵੈ। ਤੀਰਥ ਭਰਮਸ ਵਿਆਧ ਨ ਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਜਤਨ ਕਰੈ ਬਿੰਦ ਕਿਵੇਂ ਨ ਰਹਾਈ, ਮਨੁਆ ਡੋਲੈ ਨਰਕੇ ਪਾਈ। ਜੰਪੁਰ ਬਾਧੋ ਲਹੈ ਸਜ਼ਾਈ, ਬਿਨ ਨਾਵੈ ਜਿਉ ਬਲ ਬਲ ਜਾਈ। ਸਿਧ ਸਾਧਿਕ ਕੇਤੇ ਮੁਨ ਦੇਵਾ, ਹਠ ਨਿਗ੍ਰਹ ਨਾ ਤ੍ਰਿਪਤਾਵੈ ਭੇਵਾ। ਸ਼ਬਦ ਵਿਚਾਰ ਗਹੈ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੇਵਾ। ਕਰਮ ਮਿਲੈ ਪਾਵੈ ਸਚ ਨਾਉ, ਤੁਮ ਸ਼ਰਨਾਗਤ ਰਹੋ ਸੁਭਾਉ। ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਾਪੋ ਗੁਰਮੁਖ ਹਰਿ ਨਾਉ। ਹਉਮੈ ਗਰਭ ਜਾਏ ਮਨ ਭੀਨੈ, ਝੂਠ ਨ ਪਾਵਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ। ਇਸ ਗੁਰ ਪ੍ਰਮਾਣ ਅੰਦਰ ਵੀ ਆਨਮਤ ਕਰਮਾਂ ਦੀ ਨਿਖੇਧੀ ਅਤੇ ਗੁਰਮਤ ਕਰਮ ਦਾ ਵਿਧਾਨ ਹੈ। ਨੰਗੇ ਪੈਰੀਂ ਜੰਗਲਾਂ ਪਹਾੜਾਂ ਵਿੱਚ ਭੌਣ ਰੌਣ ਨਾਲ, ਵੇਦਾਂ ਪੁਰਾਣਾਂ ਸ਼ਾਸਤਰਾਂ ਆਦਿ ਆਨਮਤ ਪੁਸਤਕਾਂ ਦੇ ਪਾਠ ਪੜ੍ਹਨ ਨਾਲ, ਤੀਰਥਾਂ ਉੱਪਰ ਗਮਨ ਕਰਨ ਨਾਲ ਜਾਂ ਤੀਰਥਾਂ ਉੱਤੇ ਜਾ ਵਸਣ ਨਾਲ, ਬੀਰਜ ਨਾ ਪਾਤ ਹੋਣ ਦੇ ਸਾਧਨ ਬਿੰਦ ਰੱਖਣ ਨਾਲ ਅਤੇ ਯੋਗ ਅਭਿਆਸ ਕਰਨ ਨਾਲ ਕੁਛ ਨਹੀਂ ਸੌਰਦਾ। ਇਨ੍ਹਾਂ ਆਨਮਤ ਪਖੰਡ ਕਰਮਾਂ ਦੇ ਥਾਉ ਜੇ ਗੁਰ ਸ਼ਬਦ ਗੁਰਮਤਿ ਨਾਮ ਦੀ ਕਮਾਈ ਕੀਤੀ ਜਾਵੇ ਤਾਂ ਉਕਤ ਕਰਮਾਂ ਤੋਂ ਮਹਾ ਸ੍ਰੇਸ਼ਟ ਅਤੇ ਉੱਤਮ ਹੈ। ਨਿਸਤਾਰਾ ਪਾਰ ਉਤਾਰਾ ਹੈ ਤਾਂ ਕੇਵਲ ਗੁਰਮਤਿ ਕਰਮ ਦੇ ਕੀਤਿਆਂ ਹੈ, ਹੋਰ ਕਰਮਾਂ ਦੇ ਕੀਤਿਆਂ ਨਹੀਂ। ਇਹ ਉੱਪਰਲੇ ਗੁਰ ਸ਼ਬਦ ਦੀ ਵਿਆਖਿਆ ਇਸ ਪ੍ਰਕਾਰ ਹੈ। ਉਤਭੁਜ ਖਾਣੀ ਦਾ ਮਾਲਕ, ਸਰਬ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਕਰਤਾ ਪੁਰਖ ਸਭਨਾਂ ਦੇ ਅੰਤਰ ਸਗਲ ਘਟਾਂ ਦੇ ਅੰਦਰ ਵਸ ਰਿਹਾ ਹੈ। ਉਹੀ ਇੱਕ ਅਕਾਲ ਪੁਰਖ ਹੀ ਵਸ ਰਿਹਾ ਹੈ, ਹੋਰ ਕੋਈ ਨਹੀਂ। ਸਰਬ ਵਿਆਪੀ ਪਰਮਾਤਮਾ ਤੋਂ ਛੁੱਟ
होर कोई सर्ब घटां के अंतर वसनहारा नहीं। कहण कथन अंदर जो भी दृष्टमान रचना दा दृष्टमान पदार्थ है, सो प्रभु परमात्मा तो ही होया है। ਸਾਰੇ ਜੁਗਾਂ ਜੁਗੰਤਰਾਂ ਵਿਖੇ ਏਕੋ ਸੱਚਾ ਸਾਹਿਬ ਹੀ ਹੁੰਦਾ ਚਲਿਆ ਆਇਆ ਹੈ। ਸ੍ਰਿਸ਼ਟੀ ਦੀ ਉਤਪਤੀ ਰਚਨਾ ਕਰਨਹਾਰਾ ਅਤੇ ਸਮੇਟਣਹਾਰਾ ਉਸੇ ਏਕੋ ਕਰਤੇ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ। ਉਹ ਸਭਨਾਂ ਦਾ ਸਾਂਝਾ ਸਾਹਿਬ ਐਸਾ ਗੈਰ ਗੰਭੀਰ ਠਾਕੁਰ ਹੈ, ਜਿਸ ਨੇ ਵੀ ਉਸ ਨੂੰ ਜਪਿਆ ਹੈ ਤਿਸ ਨੇ ਹੀ ਸੱਚਾ ਸਹਿਜ ਸੁਖ ਪਾਇਆ ਹੈ। ਵਾਹਿਗੁਰੂ ਨਾਮ ਜਪਣ ਨਾਲ ਜਮ ਦਾ ਤੀਰ ਨਹੀਂ ਲੱਗਦਾ, ਅਰਥਾਤ ਵਾਹਿਗੁਰੂ ਨਾਮ ਜਪਣ ਹਾਰਾ ਜਮ ਦੀਆਂ ਚੋਟਾਂ ਨਹੀਂ ਖਾਂਦਾ। ਰਹਾਓ, ਨਾਮ ਇੱਕ ਨਿਰਮੋਲਕ ਹੀਰਾ ਰਤਨ ਹੈ। ਨਾਮ ਨਾਮੀ ਵਾਹਿਗੁਰੂ ਨਾਲ ਅਭੇਦ ਰੂਪ ਹੋਣ ਕਰਕੇ ਨਾਮ ਵਿੱਚ ਰਤਿਆਂ ਸੱਚੇ ਅਮਰ ਅਤੋਲ ਸਾਹਿਬ ਦੇ ਸਰੂਪ ਵਿੱਚ ਸਮਾ ਜਾਈਦਾ ਹੈ। ਉਸ ਜਨ ਦੀ ਜੀਭ ਅਤ ਸੁੱਚੀ ਪਾਕ ਪਵਿੱਤਰ ਹੋ ਜਾਂਦੀ ਹੈ, ਜਿਸ ਨੇ ਨਾਮ ਰੂਪੀ ਸੱਚੇ ਬੋਲ ਨੂੰ ਬੋਲਿਆ ਹੈ, ਸੱਚੇ ਨਾਮ ਜਾਪ ਨੂੰ ਜਪਿਆ ਹੈ। ਉਸ ਦਾ ਸੱਚੇ ਵਾਹਿਗੁਰੂ ਦੇ ਸੱਚੇ ਘਰ ਦਾ ਦਰਬਾਰ ਸੱਚਖੰਡ ਵਿੱਚ ਵਾਸਾ ਹੋ ਜਾਂਦਾ ਹੈ। ਉਹ ਫੇਰ ਦਰ ਦਰ ਰੁਲਦਾ ਨਹੀਂ ਫਿਰਦਾ, ਜਨਮ ਜੂਨੀਆਂ ਵਿੱਚ ਭਟਕਦਾ ਨਹੀਂ ਫਿਰਦਾ। ਇਹ ਤਾਂ ਹੈ ਗੁਰਮੁਖ ਨਾਮ ਜਪਣ ਵਾਲਿਆਂ ਦੀ ਉੱਤਮ ਰੀਤੀ। ਹੁਣ ਲਓ ਆਨਮਤ ਕਰਮ ਅਵਲੰਬੀਆਂ ਦੀ ਦੁਰਮਤ ਦਸ਼ਾ। ਇੱਕ ਤਾਂ ਆਨਮਤ ਕਰਮੀ ਐਸੇ ਹਨ, ਅਨੇਕਾਂ ਦੀ ਗਿਣਤੀ ਵਿੱਚ ਬਨਾਂ ਜੰਗਲਾਂ ਡੂਗਰ ਅਸਥਾਨਾਂ ਪਹਾੜੀਆਂ ਕੰਦਰਾਵਾਂ ਵਿੱਚ ਤਪ ਕਰਨ ਜਾਏ ਬੈਂਦੇ ਹਨ। ਇਹ ਉਹਨਾਂ ਦਾ ਨਾਮਹੀਣ ਤਪ ਹੁੰਦਾ ਹੈ। ਨਾਮ ਦੀ ਪ੍ਰਾਪਤੀ ਤਾਂ ਉਹਨਾਂ ਨੂੰ ਹੁੰਦੀ ਨਹੀਂ। ਆਪਣੇ ਮਨ ਹਟ ਕਰ ਨਾਮ ਬਿਹੂਣੇ ਹੀ ਮਨ ਉਕਤ ਤਪ ਕਰਨ ਲੱਗ ਪੈਂਦੇ ਹਨ, ਪਰ ਨਾਮੋਂ ਸਖਣੇ ਹੋਣ ਕਰਕੇ ਅਭਿਮਾਨ ਅਹੰਕਾਰ ਦੀ ਅਗਨੀ ਵਿੱਚ ਹੀ ਪਚ ਕੇ ਸੜਦੇ ਹਨ। ਤਿਨਾਂ ਦਾ ਮਨ ਉਕਤੀ ਜਪ ਤਪ, ਮਨ ਉਕਤੀ ਫੋਕਾ ਗਿਆਨ ਧਿਆਨ ਕਿਸੇ ਕੰਮ ਦਾ ਨਹੀਂ। ਸੱਚਾ ਗੁਰਮਤ ਪ੍ਰਚੰਡ ਗਿਆਨ ਤੇ ਜੁਤੰਡ ਧਿਆਨ ਤਾਂ ਗੁਰਮੁਖਾਂ ਨੂੰ ਹੀ ਗੁਰਮਤ ਨਾਮ ਅਭਿਆਸ ਕਮਾਈ ਦੇ ਕੀਤਿਆਂ ਪ੍ਰਾਪਤ ਹੁੰਦਾ ਹੈ। ਅਜਿਹੇ ਪ੍ਰਚੰਡ ਗਿਆਨ ਵਾਲੇ ਜੁਤੰਡ ਗਿਆਨ ਦੇ ਧਨੀ ਗੁਰਮੁਖ ਜਨ ਹੀ ਸੱਚੀ ਦਰਗਾਹੇ ਜਾ ਕੇ ਸੱਚੜੀ ਮਾਨ ਪ੍ਰਤਿਸ਼ਠਾ ਧੁਰ ਦਰਗਾਹੀ ਮਾਨ ਪ੍ਰਤਿਸ਼ਠਾ ਨੂੰ ਪ੍ਰਾਪਤ ਹੁੰਦੇ ਹਨ। ਹਠ ਹੰਕਾਰ ਕਰੇ ਤੋਂ ਕਿਸੇ ਨੂੰ ਇਸ ਪਦ ਦੀ ਪ੍ਰਾਪਤੀ ਨਹੀਂ ਹੁੰਦੀ। ਭੇਖੀ ਆਨਮਤੀ ਪੁਰਸ਼ ਵੇਦਾਂ ਆਦਿਕ ਆਨਮਤ ਪੁਸਤਕਾਂ ਦੇ ਪਾਠ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਹਨ, ਪਰ ਆਪ ਨਹੀਂ ਕਮਾਉਂਦੇ। ਪਰ ਕਮਾਉਣ ਨੂੰ ਉੱਥੇ ਕੀ ਧਰਿਆ ਪਿਆ ਹੈ? ਆਨਮਤ ਪੁਸਤਕਾਂ ਅੰਦਰ ਸੱਚੀ ਕਮਾਈ ਕਰਨ ਯੋਗ ਸੱਚੜੇ ਕਰਮ ਦਾ ਤਾਂ ਨਮੂਦ ਮਾਤਰ ਵੀ ਨਹੀਂ ਲੱਭਦਾ। ਬਸ ਪਾਠ ਪੜ੍ਹਾਈਆਂ ਪੜ੍ਹਨ ਸੁਣਨ ਹਾਰਿਆਂ ਦੋਹਾਂ ਦਾ ਹੀ ਅਹੰਕਾਰ ਵੱਧਦਾ ਹੈ, ਹੋਰ ਉੱਥੇ ਲੱਭਦਾ ਕੁਛ ਨਹੀਂ। ਤੀਰਥਾਂ ਤੇ ਭਰਮਿਆਂ ਸਰੀਰ ਦੇਹੀ ਦੇ ਆਦੀਆਂ ਵਿਆਧੀਆਂ ਉਪਾਧੀਆਂ ਵਾਲੇ ਦੁੱਖ ਰੋਗ ਨਹੀਂ ਜਾਂਦੇ। ਮਾਨਸਿਕ ਰੋਗ ਤਾਂ ਕੀ ਜਾਣੇ ਸੀ, ਬਸ ਉਹ ਵਿਚਾਰੇ ਇਤਨੇ ਉਗਰ ਤਪ ਸਾਧ ਕੇ ਵੀ ਦੁਖੀਏ ਹੀ ਰਹਿੰਦੇ ਹਨ। ਨਾਮ ਬਿਨਾਂ ਸੱਚਾ ਸੁਖ ਉਹਨਾਂ ਨੂੰ ਕੈਸੇ ਮਿਲ ਸਕਦਾ ਹੈ ਅਤੇ ਕਿਵੇਂ ਉਹ ਤਤ ਅਰਥਾਂ ਵਿੱਚ ਸੁਖੀ ਹੋ ਸਕਦੇ ਹਨ? ਬਿੰਦ ਰੱਖਣ ਬੀਰਜ ਰੋਕਣ ਦੇ ਯਤਨ ਕੀਤਿਆਂ ਵੀ ਕੋਈ ਬਿੰਦ ਯਤਨ ਭੇਖੀ ਕਾਮ ਚੇਸ਼ਟਾ ਵਾਲੇ ਅਲੂਦੇ ਖਿਆਲਾਂ ਤੋਂ ਕਿਸੇ ਪ੍ਰਕਾਰ ਵੀ ਬਚ ਨਹੀਂ ਸਕਦਾ। ਮਨੁਆ ਉਸ ਦਾ ਡੋਲਦਾ ਰਹਿੰਦਾ ਹੈ, ਕਾਮ ਦੇ ਰਖਣੇ ਟਟੋਲਦਾ ਰਹਿੰਦਾ ਹੈ। ਬਸ ਇਹ ਸਭ ਨਰਕ ਜਾਣ ਦਾ ਹੀ ਕੱਚਾ ਦੁਰਾਚਾਰੀ ਸੌਦਾ ਹੈ। ਐਸੇ ਡਿੰਬੀ ਲੋਕ ਸਰ ਪਰ ਨਰਕਾਂ ਵਿੱਚ ਹੀ ਜਾਂਦੇ ਹਨ ਅਤੇ ਜੰਪੁਰ ਬੱਧੇ ਚੋਟਾਂ ਖਾਂਦੇ ਹਨ, ਨਾਨਾ ਪ੍ਰਕਾਰੀ ਸਜ਼ਾਵਾਂ ਪਾਉਂਦੇ ਹਨ। ਨਾਮ ਬਿਹੂਣੇ ਜੀਵ ਆਤਮਾ ਦਾ ਅੱਗੇ ਜਾ ਕੇ ਜਲਣਾ ਬਲਣਾ ਹੀ ਹੁੰਦਾ ਹੈ। ਅਜਿਹੇ ਹੱਠ ਜਪਾਂ ਤਪਾਂ ਦੇ ਕਰਨਹਾਰੇ ਅਨੇਕਾਂ ਸਿੱਧ ਸਾਧਕ ਰਿਖੀ ਮੁਨੀ ਦੇਵਤਿਆਂ ਦੇ ਦਲਾਂ ਦੇ ਦਲ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੋ ਗੁਜ਼ਰੇ ਹਨ। ਹੱਠ ਨਿਗ੍ਰਹ ਵਾਲੇ ਵੇਸ ਭੇਖ ਕਰਮ ਕੀਤਿਆਂ ਉਹਨਾਂ ਦਾ ਘਰ ਪੂਰਾ ਨਹੀਂ ਹੁੰਦਾ। ਉਹ ਮਨ ਆਤਮਾ ਕਰਕੇ ਤ੍ਰਿਪਤ ਨਹੀਂ ਹੋ ਸਕਦੇ। ਜੋ ਗੁਰਮਤ ਨਾਮ ਅਭਿਆਸ ਕਮਾਈ ਰੂਪ ਸਿਮਰਨ ਸੇਵਨ ਕਰਦੇ ਹਨ ਅਤੇ ਗੁਰਦਰਸਾਈ ਸਿਮਰਨ ਸੇਵਨ ਦੀ ਪ੍ਰੇਮਾ ਭਗਤੀ ਰੂਪੀ ਯੁਕਤੀ ਨਾਲ ਕਰਦੇ ਹਨ, ਉਹ ਮਨ ਕਰਕੇ ਵੀ ਤੇ ਤਨ ਕਰਕੇ ਵੀ ਨਿਰਮਲ ਹੋ ਜਾਂਦੇ ਹਨ। ਤਿਨਾਂ ਦੇ ਅਭਿਮਾਨ ਦਾ ਵੀ ਨਮੂਦ ਨਹੀਂ ਰਹਿੰਦਾ, ਉੱਕਾ ਹੀ ਅਭਾਵ ਹੋ ਜਾਂਦਾ ਹੈ।
ਨਦਰ ਕਰਮ ਦੁਆਰਾ ਹੀ ਸੱਚੇ ਨਾਮ ਦੀ ਪ੍ਰਾਪਤੀ ਅਤੇ ਨਾਮੀ ਪਰਮਾਤਮਾ ਦਾ ਮੇਲ ਹੁੰਦਾ ਹੈ। ਇਉਂ ਸੁਭਾਵਕ ਹੀ ਵਾਹਿਗੁਰੂ ਦੇ ਚਰਨ ਸ਼ਰਨ ਵਿੱਚ ਸਮਾਏ ਰਹਿਣ ਦੀ ਅਪਾਰ ਦਸ਼ਾ ਪ੍ਰਾਪਤ ਹੋ ਜਾਂਦੀ ਹੈ। ਅਸਲ ਭਗਤੀ ਭਾਉ ਪ੍ਰੀਤਮ ਪਰਮਾਤਮਾ ਦੇ ਚਰਨ ਸ਼ਰਨ ਸਮਾਏ ਰਹਿਣ ਵਿੱਚ ਹੀ ਹੈ। ਇਹ ਵੱਡੀ ਚਰਨ ਸ਼ਰਨਾਗਤੀ ਸਮਾਈ ਹੋਣ ਪਰ ਹੀ ਗੁਰਮੁਖ ਜਨ ਗੁਰਮਤਿ ਨਾਮ ਦੇ ਜਾਪ ਦੀ ਅਭਿਆਸ ਕਮਾਈ ਕਰਦੇ ਰਹਿੰਦੇ ਹਨ, ਕਰਨੋਂ ਰੁਕਦੇ ਨਹੀਂ। ਨਾਮ ਰੰਗਾਂ ਵਿੱਚ ਮਨ ਦੇ ਭਿੱਜਿਆਂ ਹੀ ਹਉਮੈ ਰੋਕ ਜਾਂਦਾ ਹੈ। ਨਾ ਹੀ ਝੂਠ ਦੁਆਰਾ ਅਤੇ ਨਾ ਹੀ ਪਖੰਡ ਕੀਤਿਆਂ ਇਹ ਮਾਰਗ ਮਿਲਦਾ ਹੈ। ਗੁਰ ਸ਼ਬਦ ਦੀ ਕਮਾਈ ਕੀਤੇ ਬਿਨਾ ਆਪਣਾ ਨਿਜ ਘਰ ਬਾਰ ਸਾਈਂ ਸੱਚੇ ਸਾਹਿਬ ਦਾ ਦਰਬਾਰ ਨਹੀਂ ਮਿਲਦਾ। ਗੁਰੂ ਨਾਨਕ ਦੇ ਘਰ ਦੇ ਗੁਰੂ ਘਰ ਦੇ ਗੁਰਮੁਖ ਜਨਾਂ ਨੂੰ ਇਸ ਤਤ ਵਿਚਾਰ ਦੀ ਸੋਝੀ ਪੈਂਦੀ ਹੈ। ਤਿਨਾਂ ਨੂੰ ਹੀ ਸੱਚ ਕਰਨੀ ਰੂਪੀ ਤਤ ਵਿਚਾਰ ਕਮਾਈ ਪ੍ਰਾਪਤ ਹੁੰਦੀ ਹੈ।